ਪੈਤਰ ਅਬਰਾਮ। ਸਤਿਨਾਮ ਝੰਡਾ ਝੁਲਤ, ਰਾਜਤ ਸਤਿਗੁਰ ਰਾਮ। ਸਿੰਘਾਸਣ ਸੰਤੋਖ ਪਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਇਥ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਰਮ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਸੋਢੀ ਸੁਲਤਾਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਰਮ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਇਸ਼ਨਾਨ ਕਰਨ ਵਾਸਤੇ ਪਹੁੰਚੀਆਂ ਸਿੱਖ ਸੰਗਤਾਂ, ਆਪ ਜੀ ਇਸ ਵਕਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਗੁਰਬਾਣੀ ਦਾ ਗੁਰੂ ਕੇ ਮਹਾਨ ਕੀਰਤਨੀਆਂ ਪਾਸੋਂ ਆਪ ਜੀ ਸਜੇ ਹੋਏ ਦੀਵਾਨ ਅੰਦਰ ਗੁਰਬਾਣੀ ਕੀਰਤਨ ਸਰਵਣ ਕਰ ਰਹੇ ਸੀ। ਇਸ ਵਕਤ ਗੁਰ ਇਤਿਹਾਸ ਦੀ ਕਥਾ ਦਾ ਸਮਾਂ ਹੈ। ਤੋ ਸਾਧ ਸੰਗਤ ਕੀਰਤਨ ਉਪਰੰਤ ਗੁਰ ਇਤਿਹਾਸ ਦੀ ਕਥਾ ਦੀ ਪ੍ਰਾਰੰਭਤਾ ਹੋ ਰਹੀ ਹੈ। ਆਪ ਜੀ ਵਡਭਾਗੇ ਗੁਰਮੁਖੋ ਜੋ ਦੂਰੋਂ ਨੇੜਿਓਂ ਚੱਲ ਕੇ ਪਿਆਰ ਸਹਿਤ ਸ਼ਰਧਾ ਦੇ ਸਹਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀ ਲਵਾ ਕੇ ਤੇ ਗੁਰਦੁਆਰਾ ਮੰਜੀ ਸਾਹਿਬ ਵਿੱਚ ਸਜੇ ਦੀਵਾਨ ਅੰਦਰ ਸੱਜ ਕੇ ਗੁਰੂ ਘਰ ਦੀ ਕੀਰਤੀ ਕਥਾ ਰਾਹੀਂ ਆਪ ਜੀ ਸਰਵਣ ਕਰਨ ਵਾਸਤੇ ਸਜੇ ਬੈਠੇ ਹੋ। ਗਰੀਬ ਨਵਾਜ ਸਤਿਗੁਰੂ ਹਾਜ਼ਰੀ ਦਰ ਪ੍ਰਵਾਨ ਕਰਨ, ਸਾਡਾ ਬੈਠਿਆ ਗਾਵਿਆ ਸੁਣਿਆ ਪੜ੍ਹਿਆ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਸਫਲ ਹੋਵੇ। ਮਨ ਗੁਰੂ ਦੇ ਚਰਨਾਂ ਨਾਲ ਜੁੜੇ, ਮਨ ਕਰਕੇ ਹਾਜ਼ਰੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਲੱਗੇ। ਸਾਡਾ ਇੱਥੇ ਬੈਠਿਆ ਹੋਇਆ ਗਾਵਿਆ ਪੜ੍ਹਿਆ ਥਾਂ ਪੈ ਪਾਵੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਪ੍ਰਵਾਨ ਚੜੇ। ਗੁਰਮੁਖੋ, ਆਪਾਂ ਕੱਲ੍ਹ ਦੇ ਗੁਰ ਇਤਿਹਾਸ ਦੀ ਜੋ ਕਥਾ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੋਢੀ ਸੁਲਤਾਨ ਜਿਨ੍ਹਾਂ ਬਾਰੇ ਆਪਾਂ ਬਚਨ ਪੜ੍ਹਦੇ ਹਾਂ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੈ ਧਾਰਿਆ। ਜਿਵੇਂ ਰੱਬੀ ਭੱਟ ਸਾਹਿਬਾਨ ਜੀ ਨੇ ਕਿਰਪਾ ਵਰਤਾਈ ਹੈ, ਮੋਹ ਮਲ ਬਿਵਸ ਕੀਓ, ਕਾਮ ਗੈ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ, ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ, ਭਵ ਸਾਗਰ ਬੰਧਿਓ ਸਿੱਖ ਤਾਰੈ ਸੋ ਪ੍ਰਸੰਨੈ, ਸਿਰ ਆਤ ਪਤ ਸੱਚੋ ਤਖਤ ਜੋਗ ਭੋਗ ਸੰਜੁਤ ਬਲ, ਗੁਰ ਰਾਮਦਾਸ ਸਚ ਸਲ ਭਣ ਤੂੰ ਅਟਲ ਰਾਜ ਅਭਗ ਦਲ। ਐਸੇ ਦੀਨ ਦਿਆਲ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ ਤੇ ਸੱਜਣ ਤੋਂ ਬਾਅਦ ਦੀ ਕਥਾ, ਜੋ ਪਹਿਲੇ ਅਧਿਆਏ ਅੰਦਰ ਗੁਰਗੱਦੀ ਤੇ ਬਿਰਾਜਮਾਨ ਹੋਣ ਦੀ ਕਥਾ ਤੇ ਉਸ ਤੋਂ ਅੱਗੇ ਸਤਿਗੁਰਾਂ ਦੀ ਮਹਿਮਾ, ਇਹ ਆਪਾਂ ਹਰ ਰੋਜ਼ ਸਰਵਣ ਕਰਦੇ ਹਾਂ। ਕੱਲ੍ਹ ਆਪਾਂ ਇਹ ਪ੍ਰਸੰਗ ਸਰਵਣ ਕੀਤਾ ਸੀ ਕਿ ਧੰਨ ਸ੍ਰੀ ਗੁਰੂ ਅਮਰਦਾਸ ਜੀ ਜਦੋਂ ਜੋਤੀ ਜੋਤ ਸਮਾਉਂਦੇ ਨੇ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ
ਗੁਰਿਆਈ ਗੱਦੀ ਤੇ ਬਿਰਾਜਮਾਨ ਕਰਕੇ ਤੇ ਫਿਰ ਉਹ ਜੋਤੀ ਜੋਤ ਸਮਾਏ ਨੇ। ਉਸ ਸਮੇਂ ਦੇ ਆਪਾਂ ਬਚਨ ਅੰਮ੍ਰਿਤ ਗੁਰਬਾਣੀ ਰਾਮਕਲੀ ਸੱਧ ਵਿੱਚੋਂ ਵੀ ਪੜ੍ਹਦੇ ਹਾਂ ਕਿ ਪਾਤਸ਼ਾਹ ਜੀ ਨੇ ਅੰਤ ਵੇਲੇ ਬੋਲ ਕੇ ਜੋ ਬਚਨ ਕਹਿ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ, ਬੇਬਾਨ ਹਰ ਰੰਗ ਗੁਰ ਭਾਵੈ। ਪਿੰਡ ਪੱਤਲ ਕਿਰਿਆ ਦੀਵਾ ਫੁੱਲ, ਹਰ ਸਰ ਪਾਵੈ। ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਇਹ ਆਪਾਂ ਅੰਮ੍ਰਿਤ ਬਾਣੀ ਵਿੱਚੋਂ ਵੀ ਪਾਵਨ ਵਾਕ ਪੜ੍ਹਦੇ ਸਰਵਣ ਕਰਦੇ ਹਾਂ। ਉਸ ਵਕਤ ਜਦੋਂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਏ ਤੇ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ, ਉਹਨਾਂ ਨੇ ਪਰਿਵਾਰ ਵਾਲੇ ਜੀ ਜੋ ਬਾਬਾ ਮੋਹਨ ਜੀ, ਬਾਬਾ ਮੋਹਰੀ ਸਾਹਿਬ ਜੀ, ਉਹਨਾਂ ਵੱਲ ਵੀ ਵੇਖਿਆ। ਉਹਨਾਂ ਦੀਆਂ ਵੀ ਅੱਖਾਂ ਨਮ ਹੁੰਦੀਆਂ ਨੇ ਤੇ ਜਿੱਥੇ ਸਤਿਗੁਰਾਂ ਦਾ ਪਵਿੱਤਰ ਸਰੀਰ ਦਾ ਸੰਸਕਾਰ ਹੋਇਆ, ਉੱਥੇ ਸੰਗਤਾਂ ਤੇ ਗੁਰੂ ਰਾਮਦਾਸ ਪਾਤਸ਼ਾਹ ਵੀ ਆਣ ਕੇ ਸਜੇ ਨੇ, ਅੱਖਾਂ ਨਮ ਨੇ। ਇਹ ਮਨ ਬਣਾ ਕੇ ਆਪਣੇ ਘਰ ਅੰਦਰ ਚਲੇ ਗਏ ਕਿ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਯਾਦ ਵਿੱਚ ਹੀ ਹੁਣ ਬੈਠਣਾ ਹੈ ਤੇ ਸਤਿਗੁਰੂ ਬਾਹਰ ਨਹੀਂ ਸੀ ਆ ਰਹੇ। ਕੁਝ ਮੁਖੀ ਸਿੱਖਾਂ ਨੇ ਵਿਚਾਰ ਕੀਤੀ ਕਿ ਆਪਾਂ ਗੁਰੂ ਰਾਮਦਾਸ ਜੀ ਨੂੰ ਬੇਨਤੀ ਕਰੀਏ ਉਹ ਸੰਗਤ ਵਿੱਚ ਆਣ ਕੇ ਬਿਰਾਜਿਆ ਕਰਨ, ਸੰਗਤ ਨੂੰ ਦਰਸ਼ਨ ਦੇਣ, ਕੁਝ ਗੁਰੂ ਪਾਤਸ਼ਾਹ ਵੱਲੋਂ ਅੰਮ੍ਰਿਤ ਬਚਨਾਂ ਦੀ ਪ੍ਰਵਾਹ ਜਿਹੜਾ ਉਹ ਵਰਤਾਇਆ ਕਰਨ, ਅੰਮ੍ਰਿਤ ਬਚਨ ਸੰਗਤ ਵਿੱਚ ਸਰਵਣ ਕਰਾਇਆ ਕਰਨ। ਤੇ ਸਿੱਖ ਕਹਿਣ ਲੱਗੇ ਬਾਬਾ ਬੁੱਢਾ ਜੀ ਨੂੰ ਬੇਨਤੀ ਕਰੀਏ, ਜੇ ਬਾਬਾ ਜੀ ਅੰਦਰ ਜਾ ਕੇ ਸਾਡੇ ਵੱਲੋਂ ਸਿਫਾਰਿਸ਼ ਕਰਨ ਤੇ ਗੁਰੂ ਜੀ ਬਾਹਰ ਆ ਕੇ ਸੰਗਤਾਂ ਨੂੰ ਦਰਸ਼ਨ ਦੇਣਗੇ। ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ, ਬਾਬਾ ਜੀਓ ਤੁਸੀਂ ਅੰਦਰ ਚੱਲੋ ਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਾਡੇ ਸਾਰਿਆਂ ਵੱਲੋਂ ਹੱਥ ਜੋੜ ਕੇ ਇਹ ਸਿਮਰ ਬੇਨਤੀ ਕਰੋ ਕਿ ਆਪ ਜੀ ਬਾਹਰ ਤੁਹਾਨੂੰ ਸੰਗਤਾਂ ਉਡੀਕਦੀਆਂ ਨੇ ਤੇ ਚੱਲ ਕੇ ਸੰਗਤਾਂ ਨੂੰ ਦਰਸ਼ਨ ਬਖਸ਼ੋ। ਤੁਹਾਡੀ ਰਸਨਾ ਤੋਂ ਸੰਗਤ ਬਚਨ ਸਰਵਣ ਕਰਨਾ ਚਾਹੁੰਦੀ ਹੈ। ਬਾਬਾ ਬੁੱਢਾ ਜੀ ਮੁਖੀ ਸਿੱਖਾਂ ਨੂੰ ਕਹਿਣ ਲੱਗੇ ਵੀ ਸਿੱਖੋ, ਜੇ ਅਸੀਂ ਗਏ ਤੇ ਬਾਬਾ ਮੋਹਨ ਸਾਹਿਬ ਜੀ ਦਾ ਸੁਭਾਅ ਕਾਲਾ ਹੈ, ਕੋਈ ਬਚਨ ਨਾ ਆਪਣੀ ਰਸਨਾ ਤੋਂ ਕਰ ਦੇਣ ਜਾਂ ਕੋਈ ਵਿਚਾਰ ਨਾ ਅੱਗੋਂ ਨਵੀਂ ਸ਼ੁਰੂ ਹੋ ਜਾਏ। ਤੇ ਜੇ ਗੁਰੂ ਅਮਰਦਾਸ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ ਚੱਲਣ, ਅਸੀਂ ਉਹਨਾਂ ਦਾ ਸਾਥ ਜ਼ਰੂਰ ਦੇਵਾਂਗੇ। ਤੇ ਆਪਾਂ ਉਹਨਾਂ ਦੇ ਰਾਹੀਂ ਬੇਨਤੀ ਕਰੀਏ ਕਿ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਉਹਨਾਂ ਦਾ ਬਚਨ ਮੰਨ ਲੈਣ ਤੇ ਬਚਨ ਸੁਣ ਕੇ ਬਾਹਰ ਆਣ ਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਣ। ਸਾਰੇ ਸਿੱਖਾਂ ਨੇ ਬਾਬਾ ਮੋਹਰੀ ਜੀ ਨੂੰ ਕਿਹਾ, ਬਾਬਾ ਜੀ ਤੁਸੀਂ ਗੁਰੂ ਦੇ ਸਾਹਿਬਜ਼ਾਦੇ ਹੋ, ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ, ਆਪ ਕਿਰਪਾ ਕਰੋ, ਸਾਡੇ ਸਾਰਿਆਂ ਵੱਲੋਂ ਸਿਫਾਰਿਸ਼ ਕਰੋ ਕਿ ਗੁਰੂ ਰਾਮਦਾਸ ਜੀ ਬਾਹਰ ਆਸਣ ਤੇ ਆਣ ਕੇ ਸੱਜਣ, ਸੰਗਤਾਂ ਦਰਸ਼ਨ ਕਰਨ ਤੇ ਗੁਰੂ ਜੀ ਦੀ ਅੰਮ੍ਰਿਤ ਰਸਨਾ ਤੋਂ ਸੰਗਤ ਬਚਨ ਸਰਵਣ ਕਰਨਾ ਚਾਹੁੰਦੀ ਹੈ। ਸੰਗਤ ਨੇ ਜਾ ਕੇ ਬਾਬਾ ਮੋਹਰੀ ਜੀ ਨੂੰ ਕਿਹਾ ਕਿ ਤੁਹਾਡੇ ਨਾਲ ਬਾਬਾ ਬੁੱਢਾ ਜੀ, ਹੋਰ ਜਿੰਨੇ ਸਿੱਖ ਕਹੋਗੇ ਅਸੀਂ ਨਾਲ ਜਾਵਾਂਗੇ, ਪਰ ਤੁਸੀਂ ਅੱਗੇ ਲੱਗੋ, ਚੱਲ ਕੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਆਪਾਂ ਬੇਨਤੀ ਕਰੀਏ। ਬਾਬਾ ਮੋਹਰੀ ਜੀ ਕਹਿਣ ਲੱਗੇ, ਭਾਈ ਜੇ ਸਾਡੇ ਕਿਹਾ ਤੁਹਾਡੇ ਨਾਲ ਚੱਲਿਆ ਗੁਰੂ ਰਾਮਦਾਸ ਜੀ ਬਾਹਰ ਆਉਣ, ਕਿਰਪਾ ਕਰਕੇ ਅੰਦਰ ਤੋਂ ਸੰਗਤਾਂ ਵਿੱਚ ਆਣ ਕੇ ਸੱਜਣ ਗੁਰਗੱਦੀ ਤੇ ਬਿਰਾਜਮਾਨ ਹੋਣ ਤੇ ਮੈਂ ਜਾਣ ਨੂੰ ਤਿਆਰ ਹਾਂ, ਕਿਉਂਕਿ ਗੁਰੂ ਕੀ ਸੰਗਤ ਨੂੰ ਕੋਈ ਨਾ ਨਹੀਂ। ਜੇ ਮੇਰੇ ਕਹਿਣ ਤੇ ਗੁਰੂ ਰਾਮਦਾਸ ਜੀ ਕਿਰਪਾ ਦੇ ਘਰ ਵਿੱਚ ਆਉਣ ਤੇ ਮੈਂ ਭਾਈ ਜਾਣ ਨੂੰ ਤਿਆਰ ਹਾਂ। ਬਾਬਾ ਮੋਹਰੀ ਜੀ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਵੀ ਨਾਲ ਚੱਲਣ।
ਬਾਬਾ ਬੁੱਢਾ ਜੀ ਨੇ ਵੀ 7 ਬਚਨ ਕਿਹਾ ਤੇ ਬਾਬਾ ਮੋਹਰੀ ਜੀ ਨੂੰ ਅੱਗੇ ਆਖਿਆ ਤੁਸੀਂ ਅਗਵਾਈ ਕਰੋ ਗੁਰਸਿੱਖਾਂ ਦੀ। ਤੇ ਬਾਬਾ ਮੋਹਰੀ ਜੀ ਨੇ ਅੰਦਰ ਜਾ ਕੇ ਨਮਸਕਾਰ ਕੀਤੀ, ਬਹੁਤ ਆਦਰ ਪਿਆਰ ਕੀਤਾ। ਤੇ ਇੱਧਰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਅੰਦਰ ਸਜੇ ਹੋਏ ਸਨ। ਜਦੋਂ ਉਹਨਾਂ ਨੇ ਦੇਖਿਆ ਵੀ ਸੰਗਤ ਆਈ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਮਾਈ ਵਾਲੇ ਗੁਰਸਿੱਖਾਂ ਦਾ ਆਦਰ ਕਰਦਿਆਂ ਪਿਆਰ ਕਰਦਿਆਂ ਸਾਰਿਆਂ ਨੂੰ ਬੜੇ ਸਾਧ ਸੰਗਤ ਪਿਆਰ ਵਿੱਚ ਆਣ ਕੇ ਕੁਸ਼ਲ ਪ੍ਰਸੰਨਤਾ ਕੀਤੀ, ਸੁਖ ਸ਼ਾਂਤ ਪੁੱਛੀ। ਤੇ ਸੰਗਤ ਵਿੱਚੋਂ ਬਾਬਾ ਮੋਹਰੀ ਜੀ ਕਹਿਣ ਲੱਗੇ ਵੀ ਮਹਾਰਾਜ ਆਪ ਕਿਰਪਾ ਕਰੋ, ਬਾਹਰ ਤੁਹਾਨੂੰ ਸੰਗਤਾਂ ਉਡੀਕਦੀਆਂ ਨੇ, ਅੰਦਰ ਆਉਣ ਵਾਸਤੇ ਕੋਈ ਤਿਆਰ ਨਹੀਂ ਹੁੰਦਾ ਵੀ ਗੁਰੂ ਪਾਤਸ਼ਾਹ ਦਾ ਕਿਤੇ ਸਾਨੂੰ ਨਾ ਹੋ ਜਾਏ ਮੁਖ ਤੋਂ, ਤੇ ਤੁਸੀਂ ਚੱਲੋ ਤੁਹਾਡੇ ਦਰਸ਼ਨ ਸੰਗਤਾਂ ਉਡੀਕਦੀਆਂ। ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਵੀ ਸਾਨੂੰ ਇੱਥੇ ਟਿਕੇ ਰਹਿਣ ਦਿਓ। ਤੇ ਬਾਬਾ ਮੋਹਰੀ ਜੀ ਕਹਿਣ ਲੱਗੇ ਨਹੀਂ ਪਾਤਸ਼ਾਹ, ਤੁਸੀਂ ਇਸ ਵੇਲੇ ਗੁਰੂ ਅਮਰਦਾਸ ਜੀ ਵੱਲੋਂ ਬਿਰਾਜਮਾਨ ਕੀਤੇ ਗੁਰਗੱਦੀ ਤੇ ਗੁਰੂ ਸਿੰਘਾਸਣ ਤੇ ਤੁਸੀਂ ਸੱਜੇ ਹੋ, ਚਲੋ ਤੁਹਾਡੇ ਦਰਸ਼ਨਾਂ ਦੀ ਬੜੀ ਵੱਡੀ ਉਡੀਕ ਹੈ ਤੇ ਚੱਲ ਕੇ ਕਿਰਪਾ ਵਰਤਾਓ। ਸ਼੍ਰੀ ਗੁਰੂ ਰਾਮਦਾਸ ਜੀ ਮਾਲਕ ਸਤਿਗੁਰੂ ਫਿਰ ਬਾਹਰ ਆਏ ਨੇ। ਸਾਧ ਸੰਗਤ ਜਿੱਥੇ ਸੰਗਤਾਂ ਸਜੀਆਂ ਸਨ, ਗੁਰੂ ਰਾਮਦਾਸ ਜੀ ਮਾਲਕ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਤੇ ਜੋ ਭੇਟਾਵਾਂ ਲੈ ਕੇ ਗੁਰਮੁਖ ਆਏ ਸਨ, ਸਾਰਿਆਂ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਸੀਸ ਰੱਖ ਕੇ ਨਮਸਕਾਰ ਕੀਤੀ, ਭੇਟਾਵਾਂ ਅਰਪਣ ਕੀਤੀਆਂ। ਧੰਨ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਬਚਨ ਸਰਵਣ ਕਰਕੇ ਮਨ ਨੂੰ ਸ਼ਾਂਤੀ ਮਿਲੀ। ਉਹ ਜਿਹੜਾ ਸਿੰਘਾਸਣ ਹੈ ਉਹਦੀ ਅੱਜ ਕਵੀ ਸੰਤੋਖ ਸਿੰਘ ਜੀ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਉਹਨਾਂ ਦਾ ਸਤੋਤਰ ਗਾ ਕੇ, ਭਾਵ ਉਸਤਤ ਗਾ ਕੇ ਅੱਜ ਬੜੀ ਵੱਡੀ ਰਹਿਮਤ ਵਰਤ ਰਹੀ ਹੈ ਗੁਰੂ ਰਾਮਦਾਸ ਜੀ ਦੀ। ਫਿਰ ਗੁਰੂ ਰਾਮਦਾਸ ਜੀ ਦਾ ਜਦੋਂ ਗੁਰਗੱਦੀ ਤੇ ਬੈਠਣਾ ਸਿੱਧਾ ਨੇ ਸੁਣਿਆ ਤੇ ਉਹ ਵੀ ਵਿਚਾਰ ਲਈ ਆਉਣਗੇ। ਜਿੰਨਾ ਪ੍ਰਸੰਗ ਅੱਜ ਵਿਚਾਰਿਆ ਜਾਏਗਾ ਆਪਾਂ ਵਿਚਾਰਨ ਦਾ ਸਤਿਗੁਰੂ ਦੀ ਕਿਰਪਾ ਨਾਲ ਯਤਨ ਕਰਾਂਗੇ। ਜਿਤਨੇ ਗੁਰਮੁਖ ਸਜੇ ਹੋ ਗੁਰੂ ਕੇ ਦੀਵਾਨ ਅੰਦਰ, ਗੁਰੂ ਕੇ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ, ਤੇ ਪਿਆਰ ਨਾਲ ਇੱਕ ਵਾਰ ਸਾਰੀ ਸੰਗਤ ਹਾਜ਼ਰੀ ਲਵਾਓ ਤੇ ਗੱਜ ਕੇ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸਿੰਘਾਸਨ ਸੰਤੋਖ ਪਰ ਸਤ ਛਤਰ ਅਬਿਰਾਮ। ਤੋ ਕਵੀ ਜੀ ਕਿਰਪਾ ਵਰਤਾਂਦਿਆਂ ਕਹਿੰਦੇ ਨੇ ਗੁਰੂ ਰਾਮਦਾਸ ਜੀ ਦਾ ਸੰਤੋਖ ਦਾ ਸਿੰਘਾਸਨ ਹੈ। ਸੰਤੋਖ ਦੇ ਸਿੰਘਾਸਨ ਤੇ ਸਤ ਦਾ ਜੋ ਛਤਰ ਹੈ, ਬੜਾ ਸੁੰਦਰ ਛਤਰ ਗੁਰੂ ਰਾਮਦਾਸ ਜੀ ਦੇ ਪਵਿੱਤਰ ਸੀਸ ਉੱਪਰ ਤਾਣਿਆ ਹੋਇਆ ਹੈ। ਸਤਨਾਮ ਝੰਡਾ ਝੁਲਤ ਰਾਜਤ ਸਤਿਗੁਰ ਰਾਮ। ਗੁਰੂ ਰਾਮਦਾਸ ਜੀ ਜਿਸ ਸਿੰਘਾਸਣ ਤੇ ਬਿਰਾਜਮਾਨ ਨੇ, ਸਤਨਾਮ ਦਾ ਝੰਡਾ ਝੁਲਦਾ ਹੈ। ਤੇ ਜਿਸ ਗੁਰਤਾ ਗੱਦੀ ਤੇ, ਗੁਰਿਆਈ ਗੱਦੀ ਤੇ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬਿਰਾਜਦੇ ਨੇ, ਉਹ ਗੁਰੂ ਕਾ ਤਖਤ ਬੜਾ ਮਹਾਨ ਹੈ, ਸੰਤੋਖ ਦਾ ਤਖਤ ਹੈ ਤੇ ਬਹੁਤ ਸੁੰਦਰ ਤਖਤ ਜਾਨੀ ਸ਼ੋਭਾ ਵਾਲਾ ਗੁਰੂ ਸਾਹਿਬ ਦੇ ਉੱਪਰ ਛਤਰ ਤਾਣਿਆ ਹੋਇਆ ਹੈ। ਲక్ష్ਮੀ ਭਗਤ ਵਿਸਾਲਤੀ ਗਿਆਨ ਮੁਕਟ ਦੁਤ ਧਾਮ। ਕਵੀ ਜੀ ਕਹਿੰਦੇ ਨੇ ਕਿ ਭਗਤੀ ਰੂਪ ਲక్ష్ਮੀ, ਜੋ ਸ੍ਰੇਸ਼ਟ ਭਗਤੀ ਰੂਪ ਲక్ష్ਮੀ ਹੈ, ਤੇ ਗਿਆਨ ਰੂਪੀ ਮੁਕਟ ਸਤਿਗੁਰਾਂ ਦੇ ਉੱਪਰ ਬਹੁਤ ਵੱਡੀ ਸ਼ੋਭਾ ਪਾ ਰਿਹਾ ਹੈ। ਪੂਰਨ ਸਿੱਖ ਸ਼ੁਭ ਮਤ ਸਚਿਵ ਰਾਜਤ ਸਤਿਗੁਰ ਰਾਮ। ਕਿ ਪੂਰਨ ਪੂਰੇ ਗੁਰੂ ਕੇ ਪਿਆਰ ਵਾਲੇ ਮਾਨੋ ਗੁਰੂ ਰਾਮਦਾਸ ਜੀ ਦੇ ਪਵਿੱਤਰ ਚਰਨਾਂ ਵਿੱਚ ਸ੍ਰੇਸ਼ਟ ਬੁੱਧੀ ਵਾਲੇ ਵਜ਼ੀਰ ਹਨ। ਤੇ ਉਹਨਾਂ ਵਜ਼ੀਰਾਂ ਵਿੱਚ ਸ੍ਰੇਸ਼ਟ ਬੁੱਧੀ ਵਿੱਚ ਉੱਥੇ ਸ੍ਰੇਸ਼ਟ ਬੁੱਧੀ ਵਾਲੇ ਗੁਰਸਿੱਖ ਨੇ
ਤੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸ੍ਰੇਸ਼ਟ ਭਗਤੀ ਦੀ ਕਿਰਪਾ ਕਰਕੇ ਮਾਲਕ ਜੀ ਵਿੱਚ ਬਰਾਜਦੇ ਨੇ। ਮੈਤਰੀ ਧ੍ਰਿਤ ਕਰੁਣਾ ਖਿਮਾ ਮੁਦਤਾ ਆਠ ਹੋ ਜਾਮ। ਗੁਰੂ ਰਾਮਦਾਸ ਪਾਤਸ਼ਾਹ ਜੋ ਤਖਤ ਤੇ ਬਰਾਜਦੇ ਨੇ, ਉਹਨਾਂ ਦੇ ਵਜ਼ੀਰ ਬੜੇ ਉੱਤਮ ਨੇ, ਉੱਤੀ ਉੱਤਮ ਬੁੱਧ ਵਾਲੇ ਨੇ। ਤੇ ਅੱਗੇ ਕਵੀ ਜੀ ਕਹਿੰਦੇ ਮੈਤਰੀ ਹੁੰਦੀ ਮਿੱਤਰਤਾ, ਤੇ ਧ੍ਰਿਤ ਦਾ ਮਤਲਬ ਧੀਰਜ, ਕਰਨਾ ਦਾ ਮਤਲਬ ਕਿਰਪਾ, ਖਿਮਾ ਦਾ ਮਤਲਬ ਖਿਮਾ, ਮੁਦਤਾ ਹੁੰਦੀ ਹੈ ਪ੍ਰਸੰਨਤਾ। ਆਠੋ ਜਾਮ, ਅੱਠੇ ਹੀ ਪੈਰ ਗੁਰੂ ਰਾਮਦਾਸ ਪਾਤਸ਼ਾਹ ਇੰਨੇ ਮਹਾਨ ਗੁਣਾਂ ਦੇ ਖਜ਼ਾਨੇ ਤੇ ਗੁਰਸਿੱਖਾਂ ਉੱਤੇ ਪ੍ਰਸੰਨਤਾ ਵੰਡਣ ਵਾਲੇ ਹਨ। ਸਿਅੰਦਨ ਕੀ ਸੈਨਾ ਸਹਿਤ ਰਾਜਤ ਸਤਿਗੁਰ ਰਾਮ। ਸਿੰਦਣ ਦਾ ਮਤਲਬ ਹੁੰਦਾ ਰੱਥਾਂ ਰੂਪੀ ਜੋ ਸੈਨਾ ਹੈ ਨਾ, ਉਹਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਸ਼ੋਭਦੇ ਨੇ, ਗੁਰੂ ਰਾਮਦਾਸ ਪਾਤਸ਼ਾਹ ਬਿਰਾਜਦੇ ਨੇ। ਉਹਨਾਂ ਦੇ ਪਾਸ ਮੈਤਰੀ, ਧ੍ਰਿਤ, ਕਰਨਾ, ਖਿਮਾ, ਮੁਦਤਾ, ਪ੍ਰਸੰਨਤਾ ਵਾਲਾ ਉਹਨਾਂ ਦਾ ਸੁਭਾਅ ਹੈ। ਕੁਝ ਨਾ ਕੁਝ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੰਡਦੇ ਨੇ। ਤੇ ਸਿੰਦਨ ਕੀ ਸੈਨਾ ਸਹਿਤ, ਸਿੰਦਨ ਹੁੰਦੇ ਨੇ ਰੱਥ, ਰੱਥਾਂ ਰੂਪੀ ਸੈਨਾ ਦੇ ਸਹਿਤ ਸਤਿਗੁਰੂ ਗਰੀਬ ਨਵਾਜ ਆਪ ਬਰਾਜਦੇ ਨੇ। ਸਾਰਾ ਸਾਰ ਵਿਚਾਰ ਬਾਰ ਦਿੜ ਵਿਰਾਗ ਅਬਿਰਾਮ। ਸਾਰ ਤੇ ਅਸਾਰ ਦਾ ਮਤਲਬ ਹੁੰਦਾ ਸੱਚ ਝੂਠ, ਇਹਨੂੰ ਆਪਾਂ ਕਵਾਂਗੇ। ਸਾਧ ਸੰਗਤ ਗੁਰੂ ਕੇ ਦਰਬਾਰ ਵਿੱਚ ਸੱਚ ਕੀ ਹੈ ਤੇ ਝੂਠ ਕੀ ਹੈ, ਇਹਦੀ ਵਿਆਖਿਆ ਹੁੰਦੀ ਹੈ। ਵਿਚਾਰ ਭਰ ਬੜੀ ਸੁੰਦਰ ਵਿਚਾਰ ਹੁੰਦੀ ਹੈ, ਤੇ ਦ੍ਰਿੜ ਵਿਰਾਗ ਅਬਿਰਾਮ, ਬਹੁਤ ਵਿਰਾਗ। ਇਸ ਤਰ੍ਹਾਂ ਗਰੀਬ ਨਵਾਜ ਸਤਿਗੁਰੂ ਦੀ ਪਵਿੱਤਰ ਹਜ਼ੂਰੀ ਵਿੱਚ ਇਹ ਸੱਚ ਝੂਠ ਦੀ ਵਿਚਾਰ ਦਾ ਨਿਰਣਾ ਹੁੰਦਾ ਹੈ। ਯੋਗ ਧਰਮ ਗਜ ਚਮੂ ਇਹੋ ਰਾਜਤ ਸਤਿਗੁਰ ਰਾਮ। ਤੇ ਹੋਰ ਨਾਲ ਕੀ ਜੋਗ, ਜੋਗ ਦਾ ਅਰਥ ਹੁੰਦਾ ਮਿਲਾਪ ਵਾਲੀ ਅਵਸਥਾ, ਕਿ ਜੋਗ ਦੇ ਸੰਬੰਧ ਵਿੱਚ ਕੁਝ ਬਚਨ, ਧਰਮ, ਇਹ ਸਾਰਾ ਜੋ ਕੁਝ ਹੈ ਨਾ, ਇਹ ਹਾਥੀਆਂ ਦੀ ਸੈਨਾ ਹੈ। ਮਾਨੋ ਇਹ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰਬਾਰ ਵਿੱਚ ਹਾਥੀਆਂ ਦੀ ਸੈਨਾ ਹੈ, ਜਿੱਥੇ ਸਾਰ ਤੇ ਅਸਾਰ ਭਾਵ ਸੱਚ ਝੂਠ ਦੀ ਵਿਚਾਰ ਤੇ ਦ੍ਰਿੜ ਵਿਰਾਗ, ਜੋਗ, ਧਰਮ, ਇਹ ਹਾਥੀ ਸੈਨਾ ਹੈ। ਇਸ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਪ੍ਰਕਾਸ਼ਦੇ ਨੇ। ਸਮ ਦਮ ਜੋਗ ਸੋ ਨੇਮ ਜਮ ਉਪਰਤ ਤਤਖਿਆ ਨਾਮ। ਸਮ ਤੇ ਦਮ ਤੇ ਜੋਗ ਸੋ ਨੇਮ, ਨੇਮ ਜੋਗ ਜਿਹੜੇ ਨੇਮ ਨੇ। ਜਮ ਭਾਵ ਮਨ ਨੂੰ ਟਿਕਾਉਣ ਦੀ ਅਵਸਥਾ ਦਾ ਨਾਮ ਹੈ। ਵੈਰਾਗ ਇਤ ਆਦਿਕ। ਸਭ ਤੁਰੰਗ ਕੀ ਬਾਹਣੀ ਰਾਜਤ ਸਤਿਗੁਰ ਰਾਮ। ਇਹ ਸਾਰੀ ਘੋੜ ਸੈਨਾ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ, ਜਿੱਥੇ ਸਤਿਗੁਰੂ ਪਾਤਸ਼ਾਹ ਗੁਰਸਿੱਖਾਂ ਵਿੱਚ ਬੈਠੇ। ਸ਼ੁਭ ਗੁਣ ਨੇ ਉਹਨਾਂ ਦੀ ਪਵਿੱਤਰ ਫੌਜ, ਜਿੱਥੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਸ਼ੋਭਾ ਪਾਉਂਦੇ ਨੇ। ਸ਼ਰਧਾ ਸੋਚ ਸੋ ਬੁੱਧ ਬਾਰ ਸਭ ਕੁਮ ਕਰਮ ਸਭ ਸ਼ੁਭ ਕਰਮ ਬਿਰਾਮ। ਕਵੀ ਜੀ ਕਹਿੰਦੇ ਨੇ ਸ਼ਰਧਾ ਸੋਚ ਹੁੰਦੀ ਪਵਿੱਤਰਤਾ, ਸੋ ਦਾ ਅਰਥ ਹੁੰਦਾ ਸ੍ਰੇਸ਼ਟ, ਤੇ ਬੁੱਧ ਬਾਰ ਉੱਤਮ ਬੁੱਧੀ, ਤੇ ਸਭ ਸ਼ੁਭ ਕਰਮ ਬਿਰਾਮ ਭਾਵ ਜਿਹੜੇ ਸ਼ੁਭ ਕਰਮ ਕਰਨ ਵਾਲੇ ਤੇ ਉੱਤਮ ਬੁੱਧੀ ਨਾਲ ਹੀ ਸ਼ੁਭ ਕਰਮ ਜਿਹੜੇ ਕਰਨ ਵਾਲੇ ਨੇ। ਭਉ ਤਪ ਭਾਉ ਜੋ ਪੈਕ ਦਲ ਰਾਜਤ ਸਤਿਗੁਰ ਰਾਮ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਹਜ਼ੂਰੀ ਵਿੱਚ, ਉਹਨਾਂ ਦੇ ਤਖਤ ਦੇ ਸਾਹਮਣੇ ਭਉ, ਜਿਹਨੂੰ ਆਪਾਂ ਅਦਬ ਕਹਿੰਦੇ ਆ, ਤੇ ਤਪ ਹੁੰਦਾ ਤਪੱਸਿਆ, ਤੇ ਭਾਉ ਦਾ ਅਰਥ ਹੁੰਦਾ ਪ੍ਰੇਮ। ਇਹ ਸਾਰੀਆਂ ਪੈਦਲ ਚੱਲਣ ਵਾਲੀਆਂ ਫੌਜਾਂ ਨੇ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰਬਾਰ ਵਿੱਚ, ਜਿੱਥੇ ਸਾਧ ਸੰਗਤ ਭਉ, ਨਿਰਮਲ ਭਉ ਤੇ ਤਪੱਸਿਆ ਤੇ ਪ੍ਰੇਮ, ਇਹ ਸਾਰੀਆਂ ਪੈਦਲ ਚੱਲਣ ਵਾਲੀਆਂ ਫੌਜਾਂ ਨੇ। ਤੇ ਉਹਨਾਂ ਦੇ ਵਿੱਚ ਰਾਜਤ ਸਤਿਗੁਰ ਰਾਮ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਸ਼ੋਭਦੇ ਨੇ। ਪ੍ਰੇਮ ਬਲੀ ਸੈਨਾਪਤੀ
ਹਰ ਕੀਰਤਨ ਅਬਿਰਾਮ। ਤੇ ਗੁਰੂ ਰਾਮਦਾਸ ਜੀ ਦੀ ਸੈਨਾ ਵਿੱਚ ਜਿਹੜਾ ਸੈਨਾਪਤੀ ਹੈ ਨਾ, ਉਹ ਪ੍ਰੇਮ ਹੈ। ਫੌਜਾਂ ਵਿੱਚ ਬਹੁਤ ਪ੍ਰੇਮ ਹੈ। ਗੁਰੂ ਰਾਮਦਾਸ ਜੀ ਪ੍ਰੇਮ ਦਾ ਹੀ ਵਰਤਾਵਾ ਕਰਦੇ ਨੇ। ਤੇ ਕਵੀ ਜੀ ਕਹਿੰਦੇ ਨੇ ਹਰ ਕੀਰਤਨ ਅਬਿਰਾਮ। ਤੇ ਵਾਹਿਗੁਰੂ ਜੀ ਦਾ ਹਰੀ ਕੀਰਤਨ ਬੜੀ ਸੁੰਦਰ, ਗੁਰੂ ਰਾਮਦਾਸ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਕੀਰਤਨ ਹੈ। ਦੁੰਦਬ ਇਹੋ ਨਿਰਭੈ ਭਜਨ, ਰਾਜਤ ਸਤ ਗੁਰ ਰਾਮ। ਤੇ ਨਿਰਭੈਤਾ ਦੇ ਇਹ ਨਗਾਰੇ ਵੱਜਦੇ ਨੇ। ਨਿਰਭੈ ਦਾ ਮਤਲਬ ਹੈ ਨਿਰਭੈਤਾ, ਤੇ ਦੁੰਦਬ ਕਹਿੰਦੇ ਨਗਾਰਿਆਂ ਨੂੰ। ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰਬਾਰ ਵਿੱਚ ਇਹ ਨਿਰਭੈਤਾ ਦੇ ਨਗਾਰੇ ਵੱਜਦੇ ਨੇ। ਤੇ ਇਸ ਸਤ ਸੰਗਤ ਦੀ ਸਭਾ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਬਿਰਾਜਦੇ ਨੇ। ਮੋਹ ਸਤਰ ਮਨ ਦੀਸ਼ ਮਹਿ, ਰਾਜ ਕਰਤ ਰਚ ਧਾਮ। ਜਿਹੜਾ ਮੋਹ ਸ਼ਤਰੂ ਹੈ ਨਾ, ਮੋਹ ਵੈਰੀ, ਮਨ ਦੇਸ਼ ਮੈਂ, ਜਿਸ ਨੇ ਮਨ ਵਿੱਚ, ਮਨ ਰੂਪੀ ਦੇਸ਼ ਵਿੱਚ ਇਹ ਰਹਿੰਦਾ ਸੀ, ਸਾਧ ਸੰਗਤ ਮੋਹ ਰੂਪੀ ਸ਼ਤਰੂ, ਰਾਜ ਕਰਤ ਰਚ ਧਾਮ, ਜੋ ਸਾਡੇ ਮਨਾਂ ਅੰਦਰ ਮੋਹ ਸਾਡਾ ਵੈਰੀ ਮਨ ਰੂਪੀ ਦੇਸ਼ ਵਿੱਚ ਘਰ ਬਣਾ ਕੇ ਰਹਿੰਦਾ ਸੀ। ਮਾਰ ਸ਼ਾਰ ਪ੍ਰਾਜਾ ਕਰਿਓ, ਰਾਜਤ ਸਤਿਗੁਰ ਰਾਮ। ਇਹ ਜਿਹੜੇ ਮੋਹ ਰੂਪੀ ਸ਼ਤਰੂ ਸੀ, ਇਹਨਾਂ ਨੂੰ ਗੁਰੂ ਰਾਮਦਾਸ ਜੀ ਨੇ ਖਤਮ ਕਰਕੇ ਉੱਤਮ ਗਿਆਨ ਰਾਹੀਂ ਇਹਨੂੰ ਰਾਖ ਬਣਾ ਦਿੱਤਾ। ਪਰਾਜੈ ਕਰਿਓ ਦਾ ਮਤਲਬ ਹੁੰਦਾ ਰਾਖ ਬਣਾ ਕੇ। ਤੇ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵਿੱਚ ਬਿਰਾਜੇ ਹਨ। ਕਾਮ ਕ੍ਰੋਧ ਅਰ ਲੋਭ ਭਟ, ਬੜ ਅਹੰਕਾਰ ਜਿਨ ਨਾਮ। ਜਿਹੜੇ ਵੱਡੇ ਬਲੀ ਨੇ ਭੱਟ ਸੂਰਮੇ, ਭਾਵ ਕਾਮ ਕ੍ਰੋਧ ਲੋਭ ਤੇ ਅਹੰਕਾਰ ਜਿਨ੍ਹਾਂ ਦੇ ਨਾਮ ਨੇ, ਇਹ ਵੀ ਆਪਣੇ ਆਪ ਵਿੱਚ ਵੱਡੇ ਸੂਰਮੇ ਨੇ। ਪਰ ਗੁਰੂ ਰਾਮਦਾਸ ਪਾਤਸ਼ਾਹ ਦੇ ਜਦੋਂ ਸਜੇ ਹੋਏ ਤਖਤ ਜਾਂ ਸਿੰਘਾਸਣ ਉੱਤੇ ਸਤਿਗੁਰੂ ਬਿਰਾਜ ਕੇ ਕਿਰਪਾ ਵਰਤਾਉਂਦੇ ਨੇ, ਇਹ ਜਿਹੜੇ ਵੱਡੇ ਵੱਡੇ ਜਰਨੈਲ ਸਨ, ਵੱਡੇ ਸੂਰਮੇ ਨੇ, ਕਾਮ ਕ੍ਰੋਧ ਲੋਭ ਹੰਕਾਰ ਜਿਨ੍ਹਾਂ ਦੇ ਨਾਮ ਹਨ। ਹਟ ਹਤ ਸੈਨਾਪਤ ਮੋਹ ਕੇ, ਰਾਜਤ ਸਤਿਗੁਰ ਰਾਮ। ਇਹਨਾਂ ਦਾ ਸੈਨਾਪਤੀ ਕੌਣ ਹੈ? ਮੋਹ। ਉਹਨੂੰ ਮਾਰ ਕੇ ਨਾ ਜੀ, ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਬਿਰਾਜੇ ਹੋਏ ਨੇ। ਇਹ ਅੰਮ੍ਰਿਤ ਬਾਣੀ ਵਿੱਚ ਵੀ ਬਚਨ ਹੈ, ਮੋਹ ਮਲ ਬਿਵਸ ਕੀਓ, ਕਾਮ ਗੈ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ, ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ, ਭਵ ਸਾਗਰ ਬੰਧਿਓ ਸਿੱਖ ਤਾਰੈ ਤਾਰੇ ਸੋ ਪ੍ਰਸੰਨੈ, ਸਿਰ ਆਤ ਪਤ ਸੱਚੋ ਤਖਤ, ਜੋਗ ਭੋਗ ਸੰਜੁਤ ਬਲ, ਗੁਰ ਰਾਮਦਾਸ ਸਚ ਸਲ ਭਣ, ਤੂੰ ਅਟਲ ਰਾਜ ਅਭਗ ਦਲ। ਇਹ ਬਚਨ ਦੀ ਵਿਆਖਿਆ ਜਿਹੜੀ ਹੈ ਸਾਧ ਸੰਗਤ ਕਵੀ ਜੀ ਨੇ ਫਿਰ ਕਾਵ ਰੂਪ ਵਿੱਚ ਗੁਰੂ ਰਾਮਦਾਸ ਜੀ ਦੀ ਮਹਿਮਾ ਲਿਖ ਕੇ ਵੀ ਕੀਤੀ ਹੈ। ਤੇ ਇਹਨਾਂ ਬਚਨਾਂ ਦੀ ਵਿਆਖਿਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਹੈ। ਜਿਹੜਾ ਸੈਨਾਪਤੀ ਹੈ ਨਾ, ਇਹਨਾਂ ਸਾਰਿਆਂ ਦਾ, ਵੱਡੇ ਸੂਰਮਿਆਂ ਦਾ ਸੈਨਾਪਤੀ ਮੋਹ, ਉਹਨੂੰ ਹੱਥ ਕੇ ਖਤਮ ਕਰਕੇ ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਬਿਰਾਜਦੇ ਨੇ। ਹਿੰਸਾ ਮ੍ਰਿਖਾ ਸੋ ਦਵੈਸ਼ਤਾ, ਆਸ਼ਾ ਤ੍ਰਿਸ਼ਨਾ ਨਾਮ। ਸਾਧ ਸੰਗਤ ਹਿੰਸਾ ਤੇ ਕ੍ਰੋਧ, ਕਿਉਂਕਿ ਮ੍ਰਿਖਾ ਕਹਿੰਦੇ ਕ੍ਰੋਧ ਨੂੰ, ਤੇ ਦਵੈਸੋ ਦਵੈਸ਼ਤਾ, ਆਸਾ ਤ੍ਰਿਸ਼ਨਾ ਨਾਮ ਜਿਨ੍ਹਾਂ ਦੇ ਜਿਹੜੀ ਦੁਬਧਾ ਹੈ, ਤੇ ਆਸਾ ਤ੍ਰਿਸ਼ਨਾ ਜਿਨ੍ਹਾਂ ਦੇ ਨਾਮ ਨੇ, ਇਹ ਸਾਨੂੰ ਕਮਜ਼ੋਰ ਕਰਨ ਵਾਲੀਆਂ ਜਿਹੜੀਆਂ ਫੌਜਾਂ ਨੇ। ਰਿਪ ਵਿਕਾਰ ਜਨਤਾ ਹਤੀ, ਰਾਜਤ ਸਤਿਗੁਰ ਰਾਮ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਕਿਰਪਾ ਵਰਤਾਈ, ਇਹ ਸਾਰਿਆਂ ਨੂੰ ਖਤਮ ਕਰਕੇ, ਭਾਵ ਇਹ ਜਿਹੜੇ ਵਿਕਾਰ ਸਨ, ਵਿਕਾਰ, ਇਹਨਾਂ ਦੀ ਜਨਤਾ ਜਿਹੜੀ ਸੀ ਨਾ, ਵਿਕਾਰਾਂ ਦੀ, ਅੱਖਾਂ ਦੀ ਬੁਰਾਈਆਂ ਦੀ ਜਨਤਾ, ਜਾਂ ਕੰਨਾਂ ਰਾਹੀਂ ਸੁਣ ਕੇ ਵਿਕਾਰ ਅੰਦਰ ਪੈਦਾ ਹੋਣੇ,
ਇਹਨਾਂ ਸਾਰਿਆਂ ਨੂੰ ਧੰਨ ਗੁਰੂ ਰਾਮਦਾਸ ਜੀ ਨੇ ਖਤਮ ਕਰਕੇ ਤੇ ਆਪ ਗੁਰੂ ਨਾਨਕ ਸਾਹਿਬ ਦੇ ਤਖਤ ਉੱਤੇ ਬਿਰਾਜੇ ਹਨ। ਸੂਪ ਨਖਾ ਅਰ ਤਾਰੁਕਾ ਜਿਮ ਹਤ ਰਾਜਾ ਰਾਮ। ਜਿਵੇਂ ਇਹ ਕਵੀ ਜੀ ਨੇ ਉਦਾਹਰਨ ਦਿੱਤੀ ਹੈ, ਸਰੂਪ ਨਖਾਂ ਤੇ ਸਾਧ ਸੰਗਤ ਤਾਰਕਾਂ ਜਿਵੇਂ ਨਾਸ ਕੀਤੀਆਂ ਸਨ, ਰਾਜਾ ਰਾਮਚੰਦਰ ਜੀ ਨੇ ਜਿਵੇਂ ਉਹਨਾਂ ਨੇ ਇਹ ਖਤਮ ਕੀਤੀਆਂ ਸਨ। ਹੰਤਾ ਮਮਤਾ ਤੇ ਮਹਤੀ ਰਾਜਤ ਸਤਿਗੁਰ ਰਾਮ। ਇਸ ਤਰ੍ਹਾਂ ਜਿਹੜੇ ਸਾਡੇ ਅੰਦਰ ਵਿਕਾਰ ਸਨ, ਔਗਣ ਸਨ, ਹੰਤਾ ਮਮਤਾ ਤੇ ਮਹਤੀ, ਇਸੇ ਤਰ੍ਹਾਂ ਸਾਡੇ ਅੰਦਰ ਦੇ ਵਿਕਾਰ ਸਾਰੇ ਗੁਰੂ ਰਾਮਦਾਸ ਜੀ ਨੇ ਮੁਕਾ ਕੇ ਤੇ ਪਾਤਸ਼ਾਹ ਤਖਤ ਉੱਤੇ ਬਿਰਾਜਮਾਨ ਹੁੰਦੇ ਨੇ, ਪ੍ਰਕਾਸ਼ਦੇ ਨੇ। ਮਤਸਰ ਕਪਟ ਅਸੂਅਤਾ ਤੀਨ ਬਾਸ਼ਨਾ ਨਾਮ। ਕਵੀ ਜੀ ਨੇ ਦੱਸਿਆ ਵੀ ਜੋ ਇਹ ਤਿੰਨ ਨਾਮ ਨੇ ਵਾਸ਼ਨਾਵਾਂ ਦੇ, ਮਤਸਰ, ਕਪਟ ਤੇ ਅਛੂਤਿਆ ਭਾਵ ਈਰਖਾ, ਇਹ ਸਾਡੇ ਵਾਸ਼ਨਾ ਦੇ ਤਿੰਨ ਨਾਮ ਨੇ, ਜਿਹੜੀਆਂ ਅੰਦਰ ਦੀਆਂ ਤਿੰਨ ਵਾਸ਼ਨਾ ਨੇ। ਨਿੰਦਾ ਜੋਤ ਹਤ ਸਭਨ ਕੋ ਰਾਜਤ ਸਤਿਗੁਰ ਰਾਮ। ਇਹ ਨਿੰਦਾ ਸਮੇਤ ਇਹ ਸਾਰੀਆਂ ਬੁਰਾਈਆਂ ਗੁਰੂ ਰਾਮਦਾਸ ਜੀ ਨੇ ਅੰਦਰੋਂ ਕੱਢ ਦਿੱਤੀਆਂ, ਸਾਡੇ ਮਨਾਂ ਵਿੱਚੋਂ ਉਪਦੇਸ਼ ਦੇ ਕੇ। ਜਦੋਂ ਉਪਦੇਸ਼ ਦੀ ਕਿਰਪਾ ਕੀਤੀ ਤੇ ਜਿਹੜੀਆਂ ਤੀਨ ਵਾਸ਼ਨਾ ਸੀ ਨਾ, ਨਾਮ ਵਾਲੀਆਂ, ਤਿੰਨ ਨਾਮਾਂ ਵਾਲੀਆਂ ਵਾਸ਼ਨਾ, ਨਿੰਦਾ ਆਦਿਕ, ਸਭ ਨੂੰ ਮੁਕਾ ਕੇ ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ਦੇ ਨੇ, ਬਿਰਾਜਦੇ ਨੇ। ਨਹ ਨਾਨਾ ਅਦਵੈਤ ਹੈ ਸਚਦਾਨੰਦ ਸੋ ਨਾਮ। ਕਵੀ ਜੀ ਕਹਿੰਦੇ ਨੇ ਵੀ ਜੋ ਨਹਿ ਨਾਨਾ, ਜਿਹੜੀ ਨਾਨਾ ਪ੍ਰਕਾਰ ਦੀ ਅਦਵੈਤ ਹੈ, ਸਾਧ ਸੰਗਤ ਦਵੈਤ ਭਾਵ ਸਭ ਕੁਝ ਕਿਸੇ ਪ੍ਰਕਾਰ ਦਾ ਨਹੀਂ ਰਹਿਣ ਦਿੱਤਾ, ਤੇ ਗੁਰੂ ਰਾਮਦਾਸ ਨੇ ਕਿਰਪਾ ਕੀ ਵਰਤਾਈ? ਸੱਚ ਦਾ ਆਨੰਦ। ਸੱਚ ਦਾ ਆਨੰਦ ਹੁੰਦਾ ਸਤ ਚਿੱਤ ਆਨੰਦ ਦੇਣ ਵਾਲਾ, ਬਖਸ਼ਣ ਵਾਲਾ, ਜੋ ਵਾਹਿਗੁਰੂ ਨਾਮ ਹੈ, ਉਹਦੀ ਕਿਰਪਾ ਵਰਤਾ ਦਿੱਤੀ ਤੇ ਦਵੈਤਾ ਭਾਵ ਈਰਖਾ ਮਤਸਰ ਆਦ ਔਗਣ ਸਾਡੇ ਅੰਦਰੋਂ ਕੱਢ ਦਿੱਤੇ। ਫੇਰ ਦੁਹਾਈ ਸਭਨ ਪਰ ਰਾਜਤ ਸਤਿਗੁਰ ਰਾਮ। ਜੋ ਸਤ ਚਿੱਤ ਆਨੰਦ ਸਰੂਪ ਹੈ ਵਾਹਿਗੁਰੂ, ਉਸ ਦੇ ਨਾਮ ਦੀ ਦੁਹਾਈ ਦਿੱਤੀ, ਭਾਵ ਨਾਮ ਦਾ ਪ੍ਰਚਾਰ ਕੀਤਾ। ਤੇ ਇਸ ਤਰ੍ਹਾਂ ਨਾਮ ਬਾਣੀ ਦੀ ਵਿਚਾਰ ਦੱਸਦਿਆਂ, ਨਾਮ ਬਾਣੀ ਦੀ ਸ਼ਹਿਬਰ ਲਾਉਂਦਿਆਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਾਰਿਆਂ ਦੇ ਵਿੱਚ ਬਿਰਾਜਦੇ ਨੇ। ਜਨ ਪਰਜਾ ਪਾਲਣ ਕਰਹਿ ਚੋਰ ਬਿਕਾਰਨ ਗ੍ਰਾਮ। ਤੋ ਕਵੀ ਜੀ ਦਾ ਉਹ ਬਚਨ ਇਹ ਹੈ ਵੀ ਜਿਹੜੀ ਸਾਧ ਸੰਗਤ ਜਨ ਪਰਜਾ, ਜਿਹੜੀ ਸੇਵਕਾਂ ਦੀ ਪਰਜਾ ਹੈ ਨਾ, ਗੁਰੂ ਰਾਮਦਾਸ ਪਾਤਸ਼ਾਹ ਉਸ ਦਾ ਪਾਲਣ ਕਰਦੇ ਨੇ। ਜਿਹੜੇ ਗੁਰਮੁਖਾਂ ਦੀ ਪਰਜਾ ਹੈ, ਚੋਰ ਵਿਕਾਰਨ ਗ੍ਰਾਮ, ਜਿਹੜੇ ਹੋਰ ਵਿਕਾਰ ਸਨ, ਸਮੂਹ ਵਿਕਾਰ ਨਾਸ ਕਰਕੇ ਗੁਰੂ ਰਾਮਦਾਸ ਜੀ ਨੇ ਕਰ ਸਭ ਕੋ ਨਿਰਮੂਲਤਾ ਰਾਜਤ ਸਤਿਗੁਰ ਰਾਮ। ਇਹ ਸਭ ਕੁਝ ਜਿਹੜਾ ਸੀ, ਇਸ ਨੂੰ ਨਾਸ ਕਰਕੇ ਨਾ ਜੀ, ਖਤਮ ਕਰਕੇ, ਜਿਹੜੀਆਂ ਈਰਖਾ ਸੀ, ਮਤਸਰ ਸੀ, ਭਾਵ ਜੋ ਔਗਣ ਸਨ, ਇਹਨਾਂ ਨੂੰ ਮੁਕਾ ਦਿੱਤਾ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਆਪ ਬਿਰਾਜ ਕੇ ਸ਼ੋਭਾ ਪਾਉਂਦੇ ਨੇ। ਸਰਲ ਸੁਸ਼ੀਲ ਉਦਾਰ ਔਰ ਦਾਨ ਮਾਨ ਸ਼ੁਭ ਕਾਮ। ਉਹਨਾਂ ਦਾ ਜਿਹੜਾ ਸਰਲ ਸੁਭਾਅ ਹੈ, ਸੁਸ਼ੀਲ ਸੁਭਾਅ, ਉਦਾਰ ਔਰ ਉਦਾਰ ਚਿੱਤ ਨੇ, ਬੜੇ ਸਖੀ ਸੁਭਾਅ ਦੇ ਨੇ। ਦਾਨ ਤੇ ਮਾਣ ਹੁੰਦਾ ਆਦਰ ਮਾਣ, ਇਤ ਆਦਿਕ ਜਿਹੜੇ ਸ਼ੁਭ ਕੰਮ ਨੇ। ਇਤ ਆਦਿਕ ਨਿਤ ਸੰਗ ਰਹਿ ਰਾਜਤ ਸਤਿਗੁਰ ਰਾਮ। ਇਤ ਆਦਿਕ ਇਹ ਜਿਹੜੇ ਪਵਿੱਤਰ ਕਰਮ ਨੇ, ਸਰਲ ਸੁਸ਼ੀਲ ਤੇ ਉਦਾਰ ਔਰ ਦਾਨ ਮਾਣ ਸ਼ੁਭ ਕਾਮ, ਇਹ ਜੋ ਪਵਿੱਤਰ ਕਰਮ ਨੇ ਨਾ ਜੀ, ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵਰਤਾਏ ਨੇ ਗੁਰਸਿੱਖਾਂ ਵਿੱਚ। ਉਹਨਾਂ ਦੇ ਵੀ ਪਾਸ ਰਹਿੰਦੇ ਨੇ ਤੇ ਸਤਿਗੁਰੂ ਇਸ ਤਰ੍ਹਾਂ ਗੁਰਮਤ ਜਾਂ ਜਿਹੜੇ ਇਹ ਸ਼ੁਭ ਗੁਣਾਂ ਨੂੰ ਅੱਗੇ ਵੰਡ ਕੇ
ਤੇ ਸਤਿਗੁਰੂ ਪਾਤਸ਼ਾਹ ਗੁਰਸਿੱਖਾਂ ਵਿੱਚ ਵਿਸਰਾਮ ਕਰਦੇ ਨੇ। ਹੁਕਮ ਫਿਰੈ ਸਭ ਦੇਸ਼ ਪਰ, ਸਤ ਸੰਗਤ ਸੁਰਤ ਨਾਮ। ਤੇ ਭਾਈ ਜਿਹੜੇ ਸਤ ਸੰਗਤ ਵਿੱਚ ਗੁਰੂ ਰਾਮਦਾਸ ਜੀ ਦੀ ਸਤ ਸੰਗਤ ਵਿੱਚ ਪਹੁੰਚ ਕੇ ਤੇ ਪਰਿਪੂਰਨ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਆ ਨਾ ਜੀ, ਤੇ ਸਾਧ ਸੰਗਤ ਉਹਨਾਂ ਦਾ ਫਿਰ ਹੁਕਮ ਭਾਵ ਸਭ ਦੇਸ਼ਾਂ ਵਿੱਚ ਪਹੁੰਚਦਾ, ਉਹਨਾਂ ਦੀ ਆਗਿਆ ਵਿੱਚ ਲੋਕ ਚੱਲਦੇ ਨੇ ਜੋ ਪਰਿਪੂਰਨ ਪ੍ਰਮਾਤਮਾ ਦਾ ਪਵਿੱਤਰ ਨਾਮ ਸਤ ਸੰਗਤ ਵਿੱਚ ਆਣ ਕੇ ਜਪਦੇ ਨੇ। ਆਤ ਪ੍ਰਤਾਪ ਨਿਤ ਪ੍ਰਤ ਬਦਤ, ਰਾਜਤ ਸਤਿਗੁਰ ਰਾਮ। ਤੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਿਹੜਾ ਪ੍ਰਤਾਪ ਹੈ, ਤੇਜ ਪ੍ਰਤਾਪ ਬਹੁਤ ਸੰਗਤ ਵਿੱਚ ਕਾਇਮ ਹੋਇਆ। ਨਿੱਤਾ ਪ੍ਰਤੀ ਉਹਨਾਂ ਦਾ ਪ੍ਰਤਾਪ ਵੱਧਦਾ ਹੈ ਤੇ ਵਧੇ ਹੋਏ ਪ੍ਰਤਾਪ ਦੇ ਨਾਲ ਇਹ ਗੋਇੰਦਵਾਲ ਸਾਹਿਬ ਦੇ ਵਿੱਚ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਬਿਰਾਜਦੇ ਨੇ। ਜੋਗ ਛੇਮ ਦਾਤਾ ਮਹਾ, ਨਿਜ ਦਾਸਨ ਅਬਿਰਾਮ। ਜੋਗ ਤੇ ਛੇਮ ਕਹਿੰਦੇ ਨੇ ਆ ਪ੍ਰਾਪਤੀ ਦੀ। ਸਾਧ ਸੰਗਤ ਰਾਜ ਆਪਣੇ ਦਾਤਾ ਮਹਾ ਸਤਿਗੁਰੂ ਪਾਤਸ਼ਾਹ ਮਹਾਨ ਦਾਤੇ ਨੇ ਤੇ ਦਾਸਾਂ ਨਾਲ ਨਿਜ ਦਾਸਨ, ਆਪਣੇ ਦਾਸਾਂ ਨਾਲ ਬਹੁਤ ਪਿਆਰ ਕਰਦੇ ਨੇ ਗੁਰੂ ਰਾਮਦਾਸ ਜੀ। ਭਾਰੇ ਉਪਕਾਰੀ ਸੁਜਸ ਜੁਤ, ਰਾਜਤ ਸਤਿਗੁਰ ਰਾਮ। ਤੇ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਪਰ ਉਪਕਾਰੀ ਤੇ ਸ੍ਰੇਸ਼ਟ ਜਸ ਵਾਲੇ, ਸ੍ਰੇਸ਼ਟ ਜਤ ਦੇ ਆਪਣੇ ਜਸ ਦੇ ਸਹਿਤ ਤੇ ਸਾਧ ਸੰਗਤ ਤਖਤ ਉੱਤੇ ਬਿਰਾਜ ਕੇ ਪ੍ਰਕਾਸ਼ਮਾਨ ਹੁੰਦੇ ਨੇ। ਸਤਿਗੁਣ ਕੋ ਸੁਰ ਭੇਖ ਕਰਿਓ, ਜਹ ਕਹਿ ਇਨ ਕੋ ਨਾਮ। ਜੋ ਸਤਿਗੁਣ ਨੇ ਭਾਵ ਸ੍ਰੇਸ਼ਟ ਗੁਣਾਂ ਦਾ ਜਿਹੜਾ ਕਾਲ ਹੈ ਨਾ, ਕਵੀ ਜੀ ਕਹਿੰਦੇ ਨੇ ਵੀ ਇਸ ਤਰ੍ਹਾਂ ਲੱਗਾ ਜਿਵੇਂ ਸ਼ੁਭ ਗੁਣਾਂ ਦਾ ਹੁਣ ਸਮਾਂ ਪ੍ਰਗਟ ਹੋਇਆ। ਜਿੱਥੇ ਕਿੱਥੇ ਵੀ ਇਹਨਾਂ ਦਾ ਪਵਿੱਤਰ ਨਾਮ ਹੈ ਨਾ, ਇਹਨਾਂ ਦੇ ਪਵਿੱਤਰ ਨਾਮ ਨੇ ਸਦ ਗੁਣਾਂ ਦਾ ਸਮਾਂ ਬਣਾਇਆ ਹੈ। ਅਵਗੁਣ ਕੋ ਦੁਰ ਭੇਖ ਪਰਿਓ, ਰਾਜਤ ਸਤਿਗੁਰ ਰਾਮ। ਸਾਧ ਸੰਗਤ ਦੁਰ ਅਵਗੁਣ ਕੋ ਦੁਰਭਿਖ ਪਰਿਓ, ਭਾਵ ਔਗਣਾ ਦਾ ਜਿਹੜਾ ਕਾਲ ਹੈ ਨਾ, ਉਹ ਕਾਲ ਆ ਗਿਆ। ਭਾਵ ਗੁਰੂ ਕੇ ਦਰਬਾਰ ਵਿੱਚ ਆਉਣ ਵਾਲੀ ਸੰਗਤ ਉੱਤੇ ਕੋਈ ਔਗਣਾ ਦਾ ਪ੍ਰਭਾਵ ਨਹੀਂ। ਸਾਰੇ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਸਤਿਗੁਣਾਂ ਨਾਲ ਭਰੇ ਹੋਏ ਨੇ। ਰਾਜਤ ਸਤਿਗੁਰ ਰਾਮ ਤੇ ਪਾਤਸ਼ਾਹ ਗੁਣਾਂ ਦੀ ਦਾਤ ਬਖਸ਼ ਕੇ ਆਪ ਸੰਗਤ ਵਿੱਚ ਬਰਾਜਦੇ ਨੇ। ਮਾਇਆ ਅਲਬਾਲਤ ਰਹਿ, ਨਿਤ ਅਲੇਪ ਨਿਸ਼ਕਾਮ। ਜਿਹੜੀ ਮਾਇਆ ਉਹ ਚੌਂ ਪਾਸਿਆਂ ਤੋਂ ਹੀ ਗੁਰੂ ਰਾਮਦਾਸ ਜੀ ਦੇ ਪਾਸ ਪਹੁੰਚਦੀ ਹੈ। ਅੱਜ ਆਪਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ, ਕਿਤਨੀਆਂ ਵੱਡੀਆਂ ਸੰਗਤਾਂ ਗਿਣਤੀ ਵਿੱਚ ਪਹੁੰਚਦੀਆਂ ਨੇ, ਹਰ ਸਮੇਂ ਹੀ ਪਹੁੰਚਦੀਆਂ। ਇਸੇ ਤਰ੍ਹਾਂ ਕਵੀ ਜੀ ਕਹਿੰਦੇ ਨੇ ਮਾਇਆ ਬੇਅੰਤ ਚੜ੍ਹਦੀ ਹੈ, ਗੁਰੂ ਰਾਮਦਾਸ ਜੀ ਦੇ ਘਰ ਵਿੱਚ ਭੇਟਾ ਹੁੰਦੀ ਹੈ ਤੇ ਆਪ ਪਾਤਸ਼ਾਹ ਪਦਾਰਥਾਂ ਤੋਂ ਨਿਰਲੇਪ ਨੇ। ਅਲੇਪ ਦਾ ਮਤਲਬ ਹੁੰਦਾ ਨਿਰਲੇਪ, ਨਿਸ਼ਕਾਮ ਨੇ। ਉਹ ਮਾਇਆ ਜਿਤਨੀ ਹੈ ਉਹ ਪਰ ਉਪਕਾਰੀ ਧਰਮ ਅਰਥਾਂ ਤੇ ਖਰਚ ਸਤਿਗੁਰੂ ਕਰਦੇ ਨੇ। ਕਾਟਤ ਬੰਧਨ ਜਨੋਂ ਕੇ, ਰਾਜਤ ਸਤਿਗੁਰ ਰਾਮ। ਤੇ ਆਪਣੇ ਜਨਾਂ ਦੇ, ਆਪਣੇ ਸੇਵਕਾਂ ਦੇ, ਸਾਧ ਸੰਗਤ ਜੋ ਆਣ ਕੇ ਅਰਦਾਸ ਸੇਵਕ ਕਰਦੇ ਨੇ, ਗੁਰੂ ਦੇ ਹੁਕਮ ਵਿੱਚ ਚੱਲਦੇ ਨੇ, ਹੁਕਮ ਵਿੱਚ ਚੱਲਣ ਵਾਲਿਆਂ ਦੇ ਬੰਧਨ ਕੱਟ ਕੇ ਤੇ ਸਾਧ ਸੰਗਤ ਬੰਧਨ ਕੱਟਣ ਵਾਲੇ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਰਾਜਤ ਸਤਿਗੁਰ ਰਾਮ ਸਤਿਗੁਰੂ ਪਾਤਸ਼ਾਹ ਵਿੱਚ ਬਰਾਜਦੇ ਨੇ ਤਖਤ ਉੱਪਰ। ਜਲ ਮਹਿ ਰਾਖੇ ਸ਼ੁਸ਼ਕ ਪਟ, ਵਿੱਚ ਸੁਰਮੇ ਨਹਿ ਸ਼ਿਆਮ। ਕਵੀ ਜੀ ਨੇ ਇੱਕ ਉਦਾਹਰਨ ਦਿੱਤੀ ਹੈ, ਜਲ ਮੈਂ ਰਾਖੇ ਸ਼ੁਸ਼ਕ ਪਟ। ਜਿਵੇਂ ਜਲ ਵਿੱਚ ਰਹਿੰਦਿਆਂ ਸੁੱਕੇ ਕੱਪੜੇ ਰੱਖਣੇ। ਇਹਦਾ ਮਤਲਬ ਕੀ, ਭਾਵ ਕੀ ਹੈ ਵੀ ਪਦਾਰਥ ਵਿੱਚ ਰਹਿੰਦਿਆਂ ਮਨ ਪਦਾਰਥ ਵਿੱਚ ਨਹੀਂ ਭਿੱਜਦਾ। ਗੁਰੂ ਰਾਮਦਾਸ ਪਾਤਸ਼ਾਹ ਦੀ ਏਡੀ ਵੱਡੀ ਬਖਸ਼ਿਸ਼ ਹੈ, ਜਦੋਂ ਸਿੱਖ ਸੰਗਤਾਂ ਉਹਨਾਂ ਦੇ ਚਰਨਾਂ ਵਿੱਚ ਪਹੁੰਚਦੀਆਂ ਤੇ ਜਿਵੇਂ ਜਲ ਵਿੱਚ ਹੀ ਸੁੱਕੇ ਬਸਤਰ ਰੱਖਣੇ, ਜਲ ਵਿੱਚ ਰਹਿਣਾ ਤੇ ਰੱਖਣੇ ਸੁੱਕੇ ਬਸਤਰ, ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਕਿਰਪਾ ਵਰਤਾ ਕੇ
ਪਦਾਰਥਾਂ ਵਿੱਚ ਨਹੀਂ। ਸਾਧ ਸੰਗਤ ਆਪਣੇ ਗੁਰਸਿੱਖਾਂ ਨੂੰ ਪਦਾਰਥ ਵਰਤਦਿਆਂ ਵੀ ਉਹਨਾਂ ਤੋਂ ਅਲੇਪ ਹੀ ਰੱਖਦੇ ਨੇ। ਵਿੱਚ ਸੁਰਮੇ ਨੇ ਸਿਆਮ, ਸਿਆਮ ਹੁੰਦੀ ਕਾਲਖ, ਔਗਣਾ ਦੀ ਜਿਹੜੀ ਕਾਲਖ ਹੈ ਨਾ ਸਾਧ ਸੰਗਤ, ਉਹਨਾਂ ਨੂੰ ਵੀ ਨਹੀਂ, ਕਾਲਖ ਨੂੰ ਵੀ ਸਤਿਗੁਰੂ ਪਾਤਸ਼ਾਹ ਕਿਸੇ ਗੁਰਸਿੱਖ ਦੇ ਹਿਰਦੇ ਤੇ ਉਹਦਾ ਪ੍ਰਭਾਵ ਪੈਣ ਦਿੰਦੇ। ਅਦਭੁਤ ਮਹਿਦ ਚਰਿਤ੍ਰ ਜਿਸ ਰਾਜਤ ਸਤਿਗੁਰ ਰਾਮ। ਕਵੀ ਜੀ ਕਹਿੰਦੇ ਨੇ 20 ਨੰਬਰ ਸਵਈਏ ਦੀ ਆਖਰੀ ਤੁਕ ਹੈ ਵੀ ਜਿਹੜੇ ਗੁਰੂ ਰਾਮਦਾਸ ਜੀ ਦੇ ਕੌਤਕ ਹੈ ਨਾ, ਇਹ ਅਦਭੁਤ ਨੇ, ਬਹੁਤ ਵੱਡੇ ਕੌਤਕ ਨੇ। ਤੇ ਸਤਿਗੁਰੂ ਆਪਣੇ ਵੱਡੇ ਕੌਤਕ ਕਰਕੇ ਤੇ ਸੰਗਤ ਜੀ ਤਖਤ ਉੱਤੇ ਬਿਰਾਜਦੇ ਨੇ ਤੇ ਸੰਗਤਾਂ ਵਿੱਚ ਨਾਮ ਬਾਣੀ ਦਾ, ਆਪਣੇ ਅੰਮ੍ਰਿਤ ਬਚਨਾਂ ਦਾ, ਉਪਦੇਸ਼ ਦਾ ਚਾਨਣ ਕਰਦੇ ਨੇ। ਪਠੇ ਜੋ ਬੀਸੀ ਦੋਹਰੇ ਨਿਤਾ ਪ੍ਰਤੀ ਕਰ ਨੇਮ ਮਾਨਾ। ਕਵੀ ਜੀ ਦਾ ਬਚਨ ਇਹ ਹੈ ਵੀ ਜੋ ਮਨ ਕਰਕੇ ਇਹ ਜਿਹੜੇ 20 ਦੋਹਰੇ ਉਚਾਰਨ ਕੀਤੇ ਆ ਨਾ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ, ਇਹਨਾਂ ਨੂੰ ਜਿਹੜਾ ਨਿਤਾ ਪ੍ਰਤੀ ਮਨ ਕਰਕੇ ਲਗਨ ਨਾਲ, ਨੇਮ ਨਾਲ ਇਹਨਾਂ ਦਾ ਪਾਠ ਪੜੇਗਾ, ਗੁਰੂ ਰਾਮਦਾਸ ਜੀ ਦੀ ਉਸਤਤ ਕਰੇਗਾ। ਬਾਸ਼ਤ ਫਲ ਦੇਤ ਗੁਰ ਸੁਤ ਬਿਤ ਆਦਿਕ ਛੇਮ। ਉਹਨਾਂ ਨੂੰ ਮਨ ਇੱਛਤ ਜਿਹੜੇ ਫਲ ਨੇ ਉਹ ਗੁਰੂ ਸਾਹਿਬ ਆਪ ਕਿਰਪਾ ਕਰਕੇ ਦੇਣਗੇ। ਉਹ ਫਲ ਕਿਹੜੇ ਨੇ? ਸਾਧ ਸੰਗਤ, ਸੁੱਤ ਕਹੀਏ ਔਲਾਦ ਪੁੱਤਰ, ਤੇ ਬਿੱਤ ਕਹੀਏ ਧਨ, ਛੇਮ ਕਹੀਏ ਕਿਰਪਾ। ਇਹ ਭਾਵ ਹਰੇਕ ਪਦਾਰਥ ਗੁਰੂ ਰਾਮਦਾਸ ਪਾਤਸ਼ਾਹ ਉਹਨਾਂ ਨੂੰ ਬਖਸ਼ਿਸ਼ ਕਰਦੇ ਨੇ ਜਿਹੜੇ ਭਾਈ ਇਹ 20 ਦਿਓਰਿਆਂ ਦਾ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਪਾਠ ਕਰਨਗੇ। ਚੌਪਈ ਸਭ ਸੰਗਤ ਮੈਂ ਬੈਠ ਸੁਹਾਵਤ। ਤੇ ਸਾਧ ਸੰਗਤ ਜਦੋਂ ਫਿਰ ਗੁਰੂ ਰਾਮਦਾਸ ਪਾਤਸ਼ਾਹ ਆਪਣੇ ਘਰ ਵਿੱਚੋਂ ਬਾਹਰ ਆਣ ਕੇ ਉਹਨਾਂ ਦਰਸ਼ਨ ਦਿੱਤੇ ਤੇ ਸਾਰੀ ਸੰਗਤ ਵਿੱਚ ਬੈਠੇ ਸਤਿਗੁਰੂ ਬਹੁਤ ਸ਼ੋਭਾ ਪਾ ਰਹੇ ਸਨ। ਜਿਮ ਮੁਨ ਮਹਿਰਗ ਬਰਸ਼ਬ ਪਾਵਤ। ਫਿਰ ਕਵੀ ਜੀ ਨੇ ਉਦਾਹਰਨ ਦਿੱਤੀ ਵੀ ਜਿਵੇਂ ਮੁਨੀਆਂ ਵਿੱਚ ਬੈਠੇ ਹੋਏ ਸ੍ਰੀ ਰਾਮਚੰਦਰ ਜੀ ਸ਼ੋਭਾ ਪਾਉਂਦੇ ਆ ਨਾ, ਗੁਰੂ ਰਾਮਦਾਸ ਜੀ ਦੀ ਸ਼ੋਭਾ ਭਾਈ ਬਹੁਤ ਵੱਡੀ ਹੈ। ਉਹਨਾਂ ਦੀ ਸ਼ੋਭਾ ਬਿਆਨ ਕਰਨ ਵਾਸਤੇ ਤੇ ਅੱਖਰ ਜਿਹੜੇ ਨੇ ਉਹ ਘਟ ਸਕਦੇ ਨੇ, ਪਰ ਗੁਰੂ ਰਾਮਦਾਸ ਜੀ ਦੀ ਸ਼ੋਭਾ ਬਹੁਤ ਵੱਡੀ, ਵੱਡੀ ਮਹਿਮਾ ਹੈ। ਕਵੀ ਜੀ ਨੇ ਬਿਆਨ ਕੀਤਾ ਹੈ ਕਿ ਇਸ ਤਰ੍ਹਾਂ ਸੰਗਤ ਵਿੱਚ ਬੈਠੇ ਸ਼ੋਭਾ ਪਾਉਂਦੇ ਨੇ ਜਿਵੇਂ ਮੁਨੀਆਂ ਵਿੱਚ ਬੈਠੇ ਰਾਮਚੰਦਰ ਜੀ ਸ਼ੋਭਦੇ ਨੇ। ਉਪਦੇਸ਼ਾ ਸਿੱਖਨ ਸੁਭ ਸੁਖ ਇਸ਼ਟ। ਸਾਧ ਸੰਗਤ, ਕਵੀ ਜੀ ਦਾ ਬਚਨ ਹੈ ਕਿ ਸੁਖਦਾਈ ਜਿਹੜੇ ਬਚਨ ਹੈ ਨਾ, ਉਪਦੇਸ਼ ਰੂਪੀ ਬਚਨ, ਉਹ ਆਪਣੇ ਗੁਰਸਿੱਖਾਂ ਤਾਈਂ ਗੁਰੂ ਰਾਮਦਾਸ ਜੀ ਸਰਵਣ ਕਰਾਉਂਦੇ ਨੇ। ਰਾਮ ਸਭਾ ਮੈਂ ਜਥਾ ਵਸ਼ਿਸ਼ਟ। ਜਿਸ ਤਰ੍ਹਾਂ ਰਾਮ ਜੀ ਦੇ, ਰਾਮਚੰਦਰ ਜੀ ਦੀ ਸਭਾ ਵਿੱਚ ਵਸ਼ਿਸ਼ਟ ਮੁਨੀ ਜੀ ਜਿਹੜੇ ਬਹੁਤ ਵਿਦਵਾਨ ਸਨ ਉਹ ਗਾਉਂਦੇ ਸਨ। ਗੁਰੂ ਰਾਮਦਾਸ ਜੀ ਦਾ ਇਸ ਤਰ੍ਹਾਂ ਅਸੀਂ ਸਾਧ ਸੰਗਤ ਵਿਚਾਰ ਕਰਦੇ ਹਾਂ, ਜੋ ਕਵੀ ਜੀ ਨੇ ਉਚਾਰਨ ਕੀਤਾ ਉਹ ਵੀ ਪੜਾਂਗੇ, ਪਰ ਗੁਰੂ ਰਾਮਦਾਸ ਜੀ ਦੀ ਮਹਿਮਾ ਅਪਾਰ ਹੈ। ਉਹ ਸੰਗਤ ਵਿੱਚ ਬੈਠਿਆਂ ਸੁਖਦਾਈ ਬਚਨਾਂ ਰਾਹੀਂ ਗੁਰਸਿੱਖਾਂ ਨੂੰ ਨਿਹਾਲ ਕਰਦੇ ਨੇ। ਸੰਤ ਬਿਲੋਕਤ ਆਨੰਦ ਬਿਲੰਦ। ਜਿਹੜੇ ਸੰਤ ਮਹਾਤਮਾ ਨੇ, ਕੋਈ ਨਾਮ ਜਪਣ ਵਾਲੇ, ਰੱਬੀ ਰੰਗ ਵਿੱਚ ਰੰਗੀਆਂ ਰੂਹਾਂ, ਜਦੋਂ ਆਣ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਆਨੰਦ ਸਹਿਤ, ਵੱਡੇ ਆਨੰਦ ਦੇ ਸਹਿਤ ਦਰਸ਼ਨ ਕਰਦੇ ਨੇ। ਬ੍ਰਿੰਦ ਚਕੋਰ ਮਨਿੰਦ ਸੋ ਚੰਦ। ਜਿਵੇਂ ਚਕੋਰਾਂ ਦਾ ਸਮੂਹ ਚੰਦਰਮਾ ਨੂੰ ਵੇਖ ਕੇ ਖਿੜਦਾ ਹੈ ਨਾ, ਇਸ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਸ਼ਨ ਕਰਕੇ ਗੁਰਸਿੱਖਾਂ ਦੇ ਮਨ ਵਿੱਚ ਖੇੜਾ ਪੈਦਾ ਹੁੰਦਾ ਹੈ। ਉਦੈ ਹੋਤ ਸੂਰਜ ਜਿਵੇਂ ਆਵੈ। ਜਿਵੇਂ ਸੂਰਜ ਸਾਧ ਸੰਗਤ ਉਦੇ ਹੁੰਦਾ ਹੈ, ਜਿਸ ਤਰ੍ਹਾਂ ਸੂਰਜ ਚੜ੍ਹਦਾ ਹੈ ਜੀ। ਕਮਲ ਬਦਨ ਸਿੱਖਨ ਬਿਗਸਾਵੈ। ਤੇ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦੇ ਫੁੱਲ ਖਿੜਦੇ ਨੇ, ਇਸ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਗੁਰਸਿੱਖਾਂ ਦੇ ਮਨ ਖਿੜਦੇ ਨੇ। ਇੱਕ ਮੈਂ ਤੁਹਾਨੂੰ ਅਰਜ਼ ਕਰਾਂ ਸਾਧ ਸੰਗਤ, ਜਿਹੜੀ ਪ੍ਰਮਾਤਮਾ ਕਰਤਾ ਪੁਰਖ ਦੀ ਕਿਰਤ ਹੈ
ਉਹ ਤੇ ਕਈ ਵਾਰ ਸਾਨੂੰ ਐਸ ਧਰਤੀ ਤੋਂ ਜਿਵੇਂ ਸੂਰਜ ਦਿਸਣਾ ਹਟ ਜਾਂਦਾ, ਚੰਦਰਮਾ ਨਹੀਂ ਸਾਡੀ ਨਜ਼ਰ ਵਿੱਚ ਆਉਂਦਾ, ਪਰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਤਾਂ ਹਰ ਵੇਲੇ ਹੀ ਬਣਿਆ ਰਹਿੰਦਾ ਹੈ। ਉਹਨਾਂ ਦਾ ਪ੍ਰਕਾਸ਼ ਤਾਂ ਜੁਗੋ ਜੁਗ ਅਟਲ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੇ ਪ੍ਰਕਾਸ਼ ਨਾਲ, ਆਪਣੀ ਕਿਰਪਾ ਨਾਲ ਜਦੋਂ ਬਚਨ ਕਰਦੇ ਨੇ ਤੇ ਸੁਣ ਕੇ ਸਿੱਖਾਂ ਦੇ ਮਨ ਖੜਾਓ ਵਿੱਚ ਆ ਜਾਂਦੇ, ਖੇੜੇ ਵਿੱਚ ਆ ਜਾਂਦੇ ਨੇ। ਦਾਸਨ ਹਿਰਦੈ ਦੀਪ ਸਮਥਿਰਾ, ਉਹ ਆਪਣੇ ਦਾਸਾਂ ਦੇ ਹਿਰਦੇ ਵਿੱਚ ਦੀਵੇ ਵਾਂਗ ਅਸਥਿਤ ਰਹਿੰਦੇ ਨੇ। ਜਿਵੇਂ ਦੀਵਾ ਪ੍ਰਕਾਸ਼ ਕਰਦਾ ਨਾ ਜਿੱਥੇ ਜਗਾਈਏ, ਗੁਰੂ ਰਾਮਦਾਸ ਪਾਤਸ਼ਾਹ ਜਦੋਂ ਆਪਣੇ ਗੁਰਸਿੱਖਾਂ ਦੇ ਹਿਰਦੇ ਵਿੱਚ ਨਿਵਾਸ ਕਰਦੇ ਨੇ ਟਿਕ ਕੇ, ਤੇ ਇਸ ਤਰ੍ਹਾਂ ਪ੍ਰਕਾਸ਼ ਕਰਦੇ ਨੇ। ਆਤਮ ਰਤਨ ਪਰਖ ਬੋ ਕਰੈ, ਤੇ ਜਿਹੜੇ ਆਤਮ ਰਤਨ ਹੈ ਨਾ, ਫਿਰ ਉਹਨਾਂ ਦੀ ਗੁਰੂ ਰਾਮਦਾਸ ਪਾਤਸ਼ਾਹ ਪਰਖ ਕਰਦੇ ਨੇ। ਕਿਰਪਾ ਦ੍ਰਿਸ਼ਟ ਜਿਸ ਮਾਥੇ ਹਾਥ, ਤੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਜਿਸ ਗੁਰਸਿੱਖ ਦੇ ਸੀਸ ਤੇ ਮੱਥੇ ਉੱਤੇ ਹੱਥ ਰੱਖਦੇ ਨੇ। ਬਨੈ ਹੇਮ ਆਇਓ ਪਾਰਸ ਸਾਥ, ਸਾਧ ਸੰਗਤ ਉਹ ਤੇ ਜਿਵੇਂ ਆਪਣੇ ਸੋਨਾ ਹੋਵੇ ਨਾ ਜੀ, ਪਾਰਸ ਨੂੰ ਲੋਹਾ, ਵਾਹਿਗੁਰੂ ਲੋਹਾ ਤੇ ਪਾਰਸ ਨੂੰ ਛੋਹ ਕੇ ਸੋਨਾ ਬਣ ਜਾਂਦਾ ਹੈ। ਇਸ ਤਰ੍ਹਾਂ ਜਿਹੜੇ ਗੁਰਸਿੱਖ ਗੁਰੂ ਰਾਮਦਾਸ ਜੀ ਦੇ ਦਰਸ਼ਨ ਪਰਸਦੇ ਨੇ, ਦਰਸ਼ਨ ਕਰਦੇ ਨੇ, ਉਹ ਤੇ ਬੜੇ ਪਾਕ ਪਵਿੱਤਰ ਹੋ ਜਾਂਦੇ ਨੇ। ਬਾਵਣ ਚੰਦਨ ਢਿਗ ਤਰ ਜੈਸੇ, ਤੇ ਫਿਰ ਕਵੀ ਜੀ ਨੇ ਇੱਕ ਹੋਰ ਉਦਾਹਰਨ ਦਿੱਤੀ ਵੀ ਜਿਵੇਂ ਬਾਵਣ ਚੰਦਨ ਤੇ ਉਹਦੇ ਲਾਗੇ ਹੋਰ ਜਿਵੇਂ ਦਰਖਤ ਹੋਣ। ਮੁਕਤ ਸਰੂਪ ਸਮੀਪੀ ਤੈਸੀ, ਇਸੇ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਦੀ ਜਿਨ੍ਹਾਂ ਨੂੰ ਭਾਈ ਨੇੜਤਾ ਬਣੀ ਹੈ ਨਾ, ਜਿਹੜੇ ਮਨ ਕਰਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਜੁੜੇ ਨੇ, ਉਪਦੇਸ਼ ਨਾਲ ਜੁੜੇ ਨੇ, ਉਹ ਤੇ ਗੁਰਮੁਖ ਉਹਨਾਂ ਦਾ ਸਰੂਪ ਜੀਵਨ ਮੁਕਤ ਬਣ ਜਾਂਦਾ ਹੈ, ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਦੇ ਚਰਨਾਂ ਦੀ ਨਿਕਟਤਾ ਮਿਲਦੀ ਹੈ। ਕਿਤਕ ਸਮਾਂ ਬੀਤਿਓ ਇਸ ਰੀਤ, ਤੋ ਕਵੀ ਜੀ ਕਹਿੰਦੇ ਨੇ ਵੀ ਇਸ ਤਰੀਕੇ ਨਾਲ ਜਦੋਂ ਕੁਝ ਕੋ ਸਮਾਂ ਬਤੀਤ ਹੋਇਆ ਜੀ, ਸਭ ਤੇ ਰਹਿ ਉਦਾਸ ਪ੍ਰਭ ਪ੍ਰੀਤ, ਤੇ ਕਈ ਹੋਰ ਬਚਨਾਂ ਤੋਂ ਉਦਾਸ ਹੋ ਕੇ ਤੇ ਪ੍ਰਭੂ ਦੀ ਪ੍ਰੀਤੀ ਨਾਲ ਸਤਿਗੁਰੂ ਜੀ ਪ੍ਰਸੰਨ ਰਹਿੰਦੇ ਨੇ। ਚਤੁਰਥ ਗੁਰੂ ਭਇਓ ਸਿਧ ਜਾਣਿਓ, ਜਦੋਂ ਇਸ ਤਰ੍ਹਾਂ ਦੀ ਵਿਹਾਰਾ ਗੁਰੂ ਰਾਮਦਾਸ ਜੀ ਨੇ ਆਪਣੇ ਗੁਰਸਿੱਖਾਂ ਤੇ ਵਰਤਾਇਆ, ਕਿਰਪਾ ਦ੍ਰਿਸ਼ਟੀ ਵੰਡੀ, ਗੁਰਸਿੱਖਾਂ ਦੇ ਸੀਸ ਤੇ ਹੱਥ ਰੱਖਿਆ। ਤੇ ਮੈਂ ਤੁਹਾਨੂੰ ਇੱਕ ਬਾਣੀ ਵਿੱਚੋਂ ਬੇਨਤੀ ਕਰਾਂ, ਇਹ ਬਾਣੀ ਵਿੱਚ ਵੀ ਭੱਟ ਸਾਹਿਬਾਨ ਨੇ ਬਚਨ ਲਿਖਿਆ, ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋਂ। ਭੱਟ ਸਾਹਿਬਾਨ ਜੀ ਦਾ ਹੁਕਮ ਇਹ ਹੈ ਵੀ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਭਾਈ ਲਹਿਣਾ ਜੀ ਜੋ ਬਾਅਦ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਬਣੇ, ਉਹਨਾਂ ਦੇ ਸੀਸ ਤੇ ਜਦੋਂ ਹੱਥ ਰੱਖਿਆ ਤਾਂ ਧਰਿਓ ਮਸਤਕ ਹੱਥ ਸਹਿਜ, ਅਮਿਓ ਉੱਠੋ ਛੱਜ ਸੁਰ ਨਰ ਗਣ ਮੁਨ ਬੋਹੇ ਆਗਾਜ। ਗੁਰੂ ਨਾਨਕ ਸਾਹਿਬ ਤੁਹਾਡੀ ਕਿਰਪਾ ਭਰੀ ਦ੍ਰਿਸ਼ਟੀ, ਮੇਰਾਮਤ ਦਾ ਹੱਥ ਜਦੋਂ ਆਇਆ ਤੇ ਸ਼੍ਰੀ ਗੁਰੂ ਅੰਗਦ ਦੇਵ ਜੀ, ਉਹਨਾਂ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਪਿਆ, ਨਾਮ ਦਾ ਹੜ ਚੱਲ ਪਿਆ। ਇਸੇ ਤਰ੍ਹਾਂ ਕਵੀ ਜੀ ਗੁਰੂ ਰਾਮਦਾਸ ਜੀ ਦੀ ਮਹਿਮਾ ਬਿਆਨ ਕਰਦਿਆਂ ਕਹਿਣ ਲੱਗੇ, ਜਦੋਂ ਗੁਰੂ ਰਾਮਦਾਸ ਜੀ ਦੀ ਸਮੀਪਤਾ ਬਣੀ ਨਾ, ਨੇੜਤਾ ਬਣੀ, ਜਿਨ੍ਹਾਂ ਗੁਰਸਿੱਖਾਂ ਦੀ ਮਨ ਕਰਕੇ ਇਸ ਤਰੀਕੇ ਨਾਲ ਜਦੋਂ ਕੁਝ ਸਮਾਂ ਬਤੀਤ ਹੋਇਆ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪ੍ਰਭੂ ਪ੍ਰੀਤ ਨਾਲ ਵੱਡਾ ਸਨੇਹ ਰੱਖਿਆ, ਬਹੁਤ ਵੱਡਾ ਪ੍ਰਭੂ ਪ੍ਰੀਤ ਨਾਲ ਆਪਣਾ ਸਨੇਹ ਬਣਾਇਆ ਜੀ। ਚਤੁਰਥ ਗੁਰੂ ਭਇਓ ਸਿਧ ਜਾਣਿਓ, ਤੇ ਜਦੋਂ ਇਸ ਤਰ੍ਹਾਂ ਲੀਲਾ ਪ੍ਰਤਾਪ ਵਧੀ, ਧੁੰਮ ਪਈ ਗੁਰੂ ਰਾਮਦਾਸ ਜੀ ਦੇ ਪਵਿੱਤਰ ਪਰ ਉਪਕਾਰੀ ਕਾਰਜਾਂ ਦੀ, ਲੋਕਾਂ ਨੇ ਦੂਰ ਦੂਰ ਤੱਕ ਸੁਣਿਆ ਵੀ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਤਖਤ ਉੱਤੇ ਚੌਥੇ ਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਬਿਰਾਜਮਾਨ ਹੋਏ ਨੇ। ਤੇ ਉਹਨਾਂ ਵਿੱਚੋਂ ਜਦੋਂ ਸਿੱਧਾਂ ਨੇ ਇਹ ਗੱਲ ਜਾਣੀ ਵੀ ਅਸੀਂ ਗੁਰਗੱਦੀ ਤੇ ਬੈਠਣ ਵਾਲੇ ਸਤਿਗੁਰੂ ਜੀ ਨਾਲ ਕੁਝ ਬਚਨ ਬਿਲਾਸ ਕਰਦੇ ਹਾਂ, ਤੇ ਹੁਣ ਪਤਾ ਲੱਗਾ ਕਿ ਸ਼੍ਰੀ ਗੁਰੂ ਰਾਮਦਾਸ ਚੌਥੇ ਗੁਰਦੇਵ ਬੈਠੇ ਨੇ।
ਇਹ ਗੱਲ ਜਦੋਂ ਸਿੱਧਾਂ ਨੇ ਜਾਣ ਲਈ, ਹੇਤ ਪਰਖ ਬੇ ਆਵਨ ਠਾਨਿਓ। ਉਹਨਾਂ ਨੇ ਮਾਲਕ ਜੀ ਦੇ ਨਾਲ ਕੁਝ ਬਚਨ ਬਲਾਸ ਕਰਨ ਲਈ, ਜਾਂ ਇੰਜ ਕਹਿ ਲੋ ਵੀ ਪਰਖ ਵਾਲਾ ਸੁਭਾਅ ਬਣਾਉਂਦੇ ਨੇ ਉਹ, ਵੀ ਆਪਾਂ ਪਰਖ ਕਰਨੀ ਜਿਹੜੇ ਗੁਰੂ ਦੇ ਤਖਤ ਉੱਤੇ ਬਿਰਾਜਮਾਨ ਹੋਣ ਉਹ ਕਿਸ ਤਰ੍ਹਾਂ ਦੇ ਵਿਚਾਰ ਰੱਖਦੇ ਨੇ। ਤੇ ਇਸ ਪਰਖ ਵਾਲੇ ਸੁਭਾਅ ਮੁਤਾਬਕ ਉਹਨਾਂ ਨੇ ਆਉਣ ਦੀ, ਗੁਰੂ ਰਾਮਦਾਸ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਆਉਣ ਵਾਸਤੇ ਇਹ ਗੱਲ ਠਾਣ ਲਈ। ਜਿਮ ਤੀਰਥ ਪਰ ਯਾਤਰੀ ਆਵੈ। ਕਵੀ ਜੀ ਕਹਿੰਦੇ ਨੇ ਵੀ ਜਿਵੇਂ ਤੀਰਥਾਂ ਉੱਪਰ ਯਾਤਰੀ ਆਉਂਦੇ ਨੇ, ਗੁਰ ਤਨ ਸੁਨ ਤਿਮ ਸਿੱਧ ਸਭ ਧਾਵੈ। ਤੇ ਗੁਰੂ ਜੀ ਦਾ ਸੁਣ ਕੇ, ਗੁਰ ਤਨ ਸੁਣ, ਗੁਰੂ ਜੀ ਬਾਰੇ ਸੁਣ ਕੇ, ਤਨ ਕਹੀਏ ਚੌਥੇ ਗੁਰੂ ਰਾਮਦਾਸ ਜੀ ਬਾਰੇ ਸੁਣ ਕੇ, ਤੇ ਸਿੱਧ ਵੀ ਧਾ ਕਰਕੇ ਬੜੀ ਜਲਦੀ ਨਾਲ ਗੁਰੂ ਰਾਮਦਾਸ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ। ਗੁਰੂ ਨਾਨਕ ਗਾਦੀ ਪਰ ਬੈਸੀ। ਤੇ ਕਹਿਣ ਲੱਗੇ ਹੁਣ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਪਰ, ਗੁਰਿਆਈ ਗੱਦੀ ਤੇ ਚੌਥੇ ਗੁਰੂ ਜੀ ਸੱਜੇ ਨੇ, ਬੈਠੇ ਨੇ। ਊਰ ਕੇ ਊਰ ਲਖ ਹੈ ਅਬ ਤੈਸੀ। ਇਹ ਗੱਲ ਆਪਾਂ ਤਾਂ ਹੀ ਲਖਾਂਗੇ ਜਾਣਾਂਗੇ ਪੂਰੇ ਨੇ ਕਿ ਕੋਈ ਘਾਟ ਹੈ। ਇਹ ਆਪਸ ਵਿੱਚ ਗੱਲਾਂ ਕਰਦੇ, ਕਿਉਂਕਿ ਗੁਰੂ ਰਾਮਦਾਸ ਜੀ ਤਾਂ ਪੂਰਨ ਨੇ, ਉਹ ਤੇ ਪ੍ਰਮਾਤਮਾ ਵੱਲੋਂ ਟਿਕੇ ਹੋਏ ਨੇ, ਪਰ ਸਿੱਧ ਆਪਣੇ ਸੁਭਾਅ ਮੁਤਾਬਕ ਗੱਲ ਕਰਦੇ। ਜੇ ਜਾਵਾਂਗੇ ਕੁਝ ਬਚਨ ਬਲਾਸ ਕਰਾਂਗੇ, ਕੋਈ ਪ੍ਰਭੂ ਭਗਤੀ ਦੀ ਵਿਚਾਰ ਸੁਣਾਂਗੇ, ਤੇ ਫਿਰ ਹੀ ਆਪਾਂ ਨੂੰ ਪਤਾ ਲੱਗੇਗਾ ਉਹ ਪੂਰਨ ਨੇ ਜਾਂ ਕਿਸ ਤਰ੍ਹਾਂ ਹੈ। ਇਸ ਤਰ੍ਹਾਂ ਦੀ ਵਿਚਾਰ ਬਣਾਉਂਦੇ ਨੇ ਸਿੱਧ। ਸਤਿਗੁਰ ਸਭਾ ਬਿਖੈ ਸਭ ਆਈ। ਤੇ ਇੱਧਰ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਜੇ ਹੋਏ ਦਰਬਾਰ ਵਿੱਚ ਇਹ ਸਾਰੇ ਸਿੱਧ ਆਏ ਨੇ। ਬ੍ਰਿੰਦ ਆਦੇਸ਼ ਆਦੇਸ਼ ਅਲਾਈ। ਤੇ ਸਾਰਿਆਂ ਨੇ, ਬ੍ਰਿੰਦ ਦਾ ਅਰਥ ਹੁੰਦਾ ਸਮੂਹ ਸਿੱਧਾਂ ਨੇ, ਆਉਂਦੇ ਸਾਰ ਗੁਰੂ ਰਾਮਦਾਸ ਜੀ ਨੂੰ ਆਦੇਸ਼, ਆਦੇਸ਼ ਅਲਾਏ ਦਾ ਮਤਲਬ ਹੁੰਦਾ ਆਖਿਆ, ਨਮਸਕਾਰ ਆਖੀ, ਨਮਸਕਾਰ ਜੀ, ਨਮਸਕਾਰ ਜੀ। ਇਸ ਤਰ੍ਹਾਂ ਦੇ ਪਿਆਰ ਭਰੇ ਬਚਨ ਜਿਹੜੇ ਸਤਿਕਾਰ ਵਾਲੇ ਇਹ ਸਿੱਧਾਂ ਨੇ ਗੁਰੂ ਰਾਮਦਾਸ ਜੀ ਦੇ ਸੰਬੰਧ ਵਿੱਚ ਕਹੇ। ਕੁਸ਼ਲ ਬੂਝ ਸ੍ਰੀ ਪ੍ਰਭ ਸਨਮਾਨੇ। ਇਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਕੁਸ਼ਲ ਭਾਵ ਸੁਖ ਸ਼ਾਂਤੀ ਪੁੱਛੀ, ਬੂਝ ਪੁੱਛਿਆ ਵੀ ਸਭ ਠੀਕ ਠਾਕ ਹੈ ਜੀ, ਤੇ ਸ੍ਰੀ ਪ੍ਰਭ ਸਨਮਾਨੇ। ਤੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਆਇਆਂ ਦਾ ਬਹੁਤ ਵੱਡਾ ਆਦਰ ਕੀਤਾ। ਨਿਕਟ ਬਿਠਾਏ ਹੇਰ ਹਰਖਾਨੇ। ਤੇ ਉਹਨਾਂ ਨੂੰ ਨੇੜੇ ਬਿਠਾਇਆ ਆਪਣੇ, ਤੇ ਸਿੱਧ ਵੇਖ ਕੇ ਬਹੁਤ ਪ੍ਰਸੰਨਤਾ ਵਿੱਚ ਪਹੁੰਚ ਗਏ, ਬਹੁਤ ਖੁਸ਼ ਹੋਏ ਕਿ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਬੜੀ ਬਰਕਤ ਵਾਲੀ ਹੈ। ਇਹ ਸਾਰਾ ਕੁਝ ਵੇਖ ਕੇ ਤੇ ਸਿੱਧਾ ਅੰਦਰ ਬਹੁਤ ਵੱਡੀ ਪ੍ਰਸੰਨਤਾ ਬਣੀ। ਪਰਖਣ ਕਾਰਨ ਚਰਚਾ ਰੀਤ। ਤੇ ਗੁਰੂ ਰਾਮਦਾਸ ਜੀ ਦੇ ਨਾਲ ਫਿਰ ਕੋਈ ਚਰਚਾ ਦੀ ਰੀਤ ਸ਼ੁਰੂ ਹੋਈ। ਅੰਦਰ ਖਿਆਲ ਇਹ ਚੱਲਦਾ ਸੀ ਵੀ ਆਪਾਂ ਬਚਨ ਕਰਾਂਗੇ ਤੇ ਬਚਨਾਂ ਵਿੱਚੋਂ ਪਤਾ ਲੱਗੇਗਾ ਇਹ ਕਿਸ ਸੁਭਾਅ ਦੇ ਨੇ। ਤੇ ਸਾਧ ਸੰਗਤ ਉਹ ਬਚਨ ਜਿਹੜਾ ਅੱਗੇ ਰੱਖ ਕੇ ਉਹਨਾਂ ਨੇ ਫਿਰ ਚਰਚਾ ਵਾਲੀ ਰੀਤ ਕਾਰਨ ਬੋਲੇ ਜੀ ਮੁਖ ਸਿੱਧ ਬੇਨੀਤ। ਜਿਹੜੇ ਸਿੱਧਾਂ ਦੇ ਮੁਖੀ ਸਨ, ਬੇਨੀਤ ਕਹੀਏ ਬੇਨਤੀ ਕਰਕੇ ਬੋਲੇ, ਭਾ ਮੁਖੀਏ ਸਿੱਧ ਵਿਸ਼ੇਸ਼ ਨੀਤੀ ਵਾਲੇ ਬੋਲੇ। ਤੇ ਬੋਲ ਕਰਕੇ ਬੜੇ ਅਦਬ ਨਾਲ ਗੁਰੂ ਰਾਮਦਾਸ ਜੀ ਨੂੰ ਇੱਕ ਬੇਨਤੀ ਕਰਦੇ ਨੇ। ਸ੍ਰੀ ਗੁਰੂ ਤੁਮਰੀ ਸੰਗਤ ਬਿਖੈ। ਤੇ ਬੇਨਤੀ ਕਰਕੇ ਪਹਿਲਾ ਸਵਾਲ ਇਹ ਪੁੱਛਿਆ ਜੀ, ਹੱਥ ਜੋੜ ਕੇ ਅਸੀਂ ਤੁਹਾਡੇ ਚਰਨਾਂ ਵਿੱਚ ਇੱਕ ਸਵਾਲ ਰੱਖਦੇ ਹਾਂ, ਕਿਰਪਾ ਕਰੋ ਤੇ ਸਾਨੂੰ ਉਹਦਾ ਉੱਤਰ ਦਿਓ। ਕੀ ਆਖਿਆ? ਸ੍ਰੀ ਗੁਰੂ ਜੀ ਤੁਹਾਡੀ ਸੰਗਤ ਵਿੱਚ ਨਹਿ ਅਸ਼ਟਾਂਗ ਜੋਗ ਕਹੋ ਸਿਖਾਂ। ਤੇ ਅਸ਼ਟਾਂਗ ਭਾਵ ਜਿਹੜੇ ਯੋਗ ਦੇ 8 ਨੇਮ ਨੇ ਇਹ ਤੇ ਸਿਖਾਏ ਨਹੀਂ ਜਾਂਦੇ। ਕਹੋ ਸਿੱਖੇ, ਕਿਵੇਂ ਸਿੱਖਦੇ ਨੇ? ਤੁਹਾਡੇ ਮਤ ਵਿੱਚ, ਤੁਹਾਡੇ ਧਰਮ ਵਿੱਚ ਕਿਵੇਂ ਸਿਖਾਏ ਜਾਂਦੇ ਨੇ? ਮਨ ਥਿਰ ਹੋਏ ਨਾ ਜੋਗ ਬਹੀਨੇ। ਇਹ ਸਿੱਧ ਲੋਕ ਕਹਿਣ ਲੱਗੇ ਜੀ ਮਨ ਟਿਕਾਓ ਵਿੱਚ ਨਹੀਂ ਆਉਂਦਾ ਬਿਨਾਂ ਜੋਗ ਤੋਂ। ਜੇ ਜੋਗ ਦੇ
8 ਨੇਮ ਨਾ ਧਾਰਨ ਕਰੀਏ ਤੇ ਮਨ ਟਿਕਾਓ ਵਿੱਚ ਨਹੀਂ ਆਉਂਦਾ। ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਹਾਡੇ ਸਿੱਖ ਇਹ ਜਿਹੜੇ ਯੋਗ ਦੇ 8 ਨੇਮ ਨੇ ਉਹ ਕਿਵੇਂ ਸਿੱਖਦੇ ਨੇ ਤੇ ਤੁਸੀਂ ਕਿਵੇਂ ਅਸ਼ਟਾਂਗ ਯੋਗ ਕੋ ਸਿੱਖਿਆ ਸਿਖਾਉਂਦੇ ਹੋ। ਮਨ ਥਿਰ ਬਿਨਨ ਹੈ ਆਤਮ ਚੀਨੇ। ਤੇ ਜਿੰਨਾ ਚਿਰ ਮਨ ਟਿਕਾਓ ਵਿੱਚ ਨਾ ਆਵੇ ਉਹਨਾਂ ਚਿਰ ਆਤਮਾ ਨੂੰ ਵੀ ਨਹੀਂ ਜਾਣਿਆ ਜਾਂਦਾ, ਉਸ ਦੀ ਵੀ ਪਹਿਚਾਣ ਨਹੀਂ ਬਣਦੀ। ਆਤਮ ਜਾਣੇ ਬਿਨਾ ਨਾ ਜੁਗਤ। ਤੇ ਆਤਮ ਦੀ ਕੋਈ ਪ੍ਰਾਪਤੀ ਨਹੀਂ ਹੁੰਦੀ, ਜਾਣਿਆ ਨਹੀਂ ਜਾਂਦਾ ਬਿਨਾ ਜੋਗ ਦੀ ਜੁਗਤੀ ਤੋਂ। ਤੇ ਸਤਿਗੁਰੂ ਤੁਸੀਂ ਆਪਣੇ ਗੁਰਸਿੱਖਾਂ ਵਿੱਚ ਇਹ ਕਿਰਪਾ ਕਿਵੇਂ ਵਰਤਾਉਂਦੇ ਜੇ। ਜੁਗਤ ਬਿਨਾ ਕਿਮ ਹੋਏ ਨਾ ਮੁਕਤ। ਤੇ ਜੇ ਜੋਗ ਦੀ ਜੁਗਤੀ ਨਾ ਹੋਵੇ ਤੇ ਉਹ ਤੋਂ ਬਗੈਰ ਬੰਦਾ ਮੁਕਤ ਨਹੀਂ ਹੋ ਸਕਦਾ। ਜੋਗ ਦੀ ਜੁਗਤੀ ਵਾਲੇ ਨੇਮ ਤੋਂ ਬਿਨਾ ਮੁਕਤ ਦਾ ਭਾਵ ਹੁੰਦਾ, ਇਹ ਵੀ ਸੰਸਕ੍ਰਿਤ ਦਾ ਸ਼ਬਦ ਹੈ। ਮੁਕਤ ਤੋਂ ਅਸੀਂ ਭਾਵ ਲੈਨੇ ਜੀਵਨ ਜਿਉਂਦਿਆਂ ਬੰਧਨਾਂ ਤੋਂ ਮੁਕਤ ਹੋ ਜਾਣਾ। ਇਹ ਤੇ ਗੁਰਮਤਿ ਦੀ ਪਰਿਭਾਸ਼ਾ ਹੈ ਵੀ ਜੀਵਨ ਜਿਉਂਦਿਆਂ ਆਪਣੇ ਕੰਮ ਕਾਰ ਕਰਦਿਆਂ ਤੇ ਬੰਧਨਾਂ ਤੋਂ ਮੁਕਤ ਹੋ ਜਾਣਾ, ਇਹਨੂੰ ਕਹਿੰਦੇ ਆਪਾਂ ਮੁਕਤ। ਸਿੱਧਾਂ ਦੀ ਪਰਿਭਾਸ਼ਾ ਵਿੱਚ ਮੁਕਤੀ ਹੋਰ ਢੰਗ ਦੀ ਸੀ। ਉਹ ਆਪਣੇ ਢੰਗ ਨਾਲ ਪੁੱਛਦੇ ਨੇ ਵੀ ਤੁਸੀਂ ਯੋਗ ਦੀ ਜੁਗਤੀ ਸਿਖਾਉਂਦੇ ਨਹੀਂ। ਇੱਕ ਤਾਂ ਯੋਗ ਤੋਂ ਬਿਨਾ ਆਤਮ ਨੂੰ ਨਹੀਂ ਜਾਣਿਆ ਜਾਂਦਾ ਤੇ ਜੁਗਤ ਬਿਨਾ ਕਿਮ ਹੋਏ ਨਾ ਮੁਕਤ, ਤੇ ਮੁਕਤੀ ਵੀ ਪ੍ਰਾਪਤ ਨਹੀਂ ਹੋ ਸਕਦੀ। ਮੁਕਤ ਬਿਨਾ ਬੰਧਨ ਮਹਿ ਰਹਾ। ਤੇ ਜੇ ਮੁਕਤ ਨਾ ਹੋਈਏ ਤੇ ਮੁਕਤ ਬਿਨਾ ਫਿਰ ਤੇ ਬੰਦਾ ਬੰਧਨਾਂ ਵਿੱਚ ਹੀ ਘਿਰਿਆ ਰਹਿੰਦਾ ਹੈ। ਤੋ ਗੁਰ ਸਿੱਖੀ ਮਹਿ ਕਿਆ ਲਾਹਾ। ਤੇ ਤੁਹਾਡੇ ਗੁਰਸਿੱਖ ਸਿੱਖੀ ਕਮਾ ਕੇ ਇਹ ਵਿਚਾਰ ਕਿਸ ਤਰ੍ਹਾਂ ਪ੍ਰਾਪਤ ਕਰਦੇ ਨੇ, ਲੱਭਦੇ ਨੇ, ਕਿਉਂਕਿ ਤੁਸੀਂ ਤਾਂ ਯੋਗ ਵਾਲਾ ਕੋਈ ਨੇਮ ਸਿਖਾਉਂਦੇ ਹੀ ਨਹੀਂ। ਗੁਰੂ ਰਾਮਦਾਸ ਫਿਰ ਅੱਗੇ ਕਿਰਪਾ ਵਰਤਾਉਣਗੇ। ਇਹ ਸ਼ੰਕਾ ਹਮਰੇ ਮਨ ਮਾਹੀ। ਤੇ ਸਿੱਧ ਕਹਿਣ ਲੱਗੇ ਜੀ ਇਹ ਸ਼ੰਕਾ ਜਿਹੜਾ ਹੈ ਨਾ, ਇਹ ਸਵਾਲ ਜਿਹੜਾ ਸ਼ੰਕੇ ਭਰਿਆ, ਇਹ ਸਾਡੇ ਮਨ ਵਿੱਚ ਸੀ। ਜਿਹੜੇ ਸਿੱਧਾਂ ਦੇ ਮੁਖੀ ਸਨ ਉਹ ਕਹਿਣ ਲੱਗੇ ਵੀ ਸਾਡੇ ਮਨ ਵਿੱਚ ਇਹ ਹੀ ਸਵਾਲ ਚੱਲਦਾ ਹੈ ਵੀ ਤੁਹਾਡੇ ਸਿੱਖ ਜੀਵਨ ਮੁਕਤ ਕਿਵੇਂ ਹੋਣਗੇ, ਉਹਨਾਂ ਦੇ ਬੰਧਨ ਕਿਵੇਂ ਟੁੱਟਣਗੇ। ਇਹ ਸ਼ੰਕਾ ਅਸੀਂ ਲੈ ਕੇ ਤੁਹਾਡੇ ਪਾਸ ਆਏ ਹਾਂ। ਸਿੱਖੀ ਧਾਰ ਪਈਅਤ ਕੁਛ ਨਾਹੀ। ਤੇ ਤੁਸੀਂ ਸਿੱਖੀ ਧਾਰਨ ਕਰਾਉਂਦੇ ਜੇ, ਤੇ ਜੇ ਸਿੱਖੀ ਵਿੱਚ ਪੈ ਜਾਈਏ ਫਿਰ ਇਹ ਦਾਤਾਂ ਦੀ ਪ੍ਰਾਪਤੀ ਨਹੀਂ ਹੁੰਦੀ। ਤੇ ਜੇ ਸਿੱਖੀ ਧਾਰਨ ਕਰਾਂਗੇ ਤੇ ਬਾਕੀ ਫਿਰ ਵਿਚਾਰ ਕਿਵੇਂ ਬਣਨਗੇ। ਪਰ ਗੁਰੂ ਰਾਮਦਾਸ ਜੀ ਨੇ ਇਹ ਹੀ ਕਿਰਪਾ ਵਰਤਾਈ ਵੀ ਸਭ ਕੁਝ ਹੈ ਹੀ ਸਿੱਖੀ ਵਿੱਚ ਹੈ। ਸਿੱਖੀ ਧਾਰਨ ਕਰੀਏ ਤੇ ਸਾਰੀਆਂ ਹੀ ਦਾਤਾਂ ਆਟੋਮੈਟਿਕ ਹੀ ਗੁਰੂ ਦੇ ਘਰ ਵਿੱਚੋਂ ਮਿਲ ਜਾਂਦੀਆਂ ਨੇ। ਇੱਥੇ ਸਭ ਚੀਜ਼ਾਂ ਛੋਟੀਆਂ ਪੈ ਜਾਂਦੀਆਂ ਨੇ ਤੇ ਗੁਰੂ ਦਾ ਦਿੱਤਾ ਉਪਦੇਸ਼ ਸਭ ਤੋਂ ਉਹ ਸਿਰੇ ਦਾ ਹੈ, ਸਭ ਤੋਂ ਵੱਡਾ ਹੈ। ਤੇ ਜੇ ਸਿੱਖੀ ਧਾਰਨ ਕਰ ਲਈਏ ਤੇ ਫਿਰ ਸਾਰੀਆਂ ਦਾਤਾਂ ਮਿਲਦੀਆਂ ਨੇ। ਸੁਣ ਸ੍ਰੀ ਸਤਿਗੁਰ ਉੱਤਰ ਦੀਨਸ। ਇਹ ਬਚਨ ਸੁਣ ਕੇ ਨਾ ਜੀ ਸਿੱਧ ਪੁਰਖਾਂ ਦੇ ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਫਿਰ ਉੱਤਰ ਦਿੱਤਾ। ਜੋਗ ਆਸਰੇ ਜਿਸ ਕੋ ਲੀਨਸ। ਭਾਈ ਜਿਨ੍ਹਾਂ ਨੂੰ ਤੁਸੀਂ ਵਿਚਾਰਾਂ ਨੂੰ ਜੋਗ ਦੇ ਆਸਰੇ ਲੈਂਦੇ ਹੋ ਨਾ, ਵੀ ਆਹ ਗੱਲਾਂ ਤੇ ਜੋਗ ਦੇ 8 ਨੇਮ ਧਾਰਨ ਕੀਤੀਆਂ ਹੀ ਪ੍ਰਾਪਤ ਹੋਣੀਆਂ, ਜਿਹੜੇ ਬਚਨਾਂ ਨੂੰ ਤੁਸੀਂ ਜੋਗ ਆਸਰੇ ਲੈਂਦੇ ਹੋ, ਸੋ ਸਤਨਾਮ ਹਮਾਰੇ ਮਤ ਮੈਂ। ਤੇ ਉਹ ਜਿਹੜਾ ਸਤਨਾਮ ਦਾ ਜਾਪ ਹੈ ਨਾ, ਸਾਡੇ ਮਤ ਵਿੱਚ ਤਾਂ ਇਹ ਹੀ ਸਿਖਾਇਆ ਜਾਂਦਾ ਹੈ ਵੀ ਸਤਨਾਮ ਦਾ ਜਾਪ ਜਪੋ। ਤੁਸੀਂ ਜੋਗ ਦੇ 8 ਅੰਗ ਦੱਸਦੇ ਜੇ, ਕਈ ਤਰੀਕੇ ਦੱਸਦੇ ਜੇ, ਤੇ ਸਾਨੂੰ ਪੁੱਛਿਆ ਹੁਣ ਤੁਸਾਂ ਤੇ ਅਸੀਂ ਤੁਹਾਨੂੰ ਉੱਤਰ ਇਹ ਦਿੰਨੇ ਆ, ਜਿਹੜੀਆਂ ਗੱਲਾਂ ਤੁਸੀਂ ਜੋਗ ਆਸਰੇ ਲੱਭਦੇ ਹੋ, ਸਾਡੇ ਗੁਰਸਿੱਖਾਂ ਤੇ ਏਡੀ ਵੱਡੀ ਅਕਾਲ ਪੁਰਖ ਦੀ ਕਿਰਪਾ ਹੈ, ਉਹ ਸਾਰੀਆਂ ਰਹਿਮਤਾਂ ਤੇ ਸਤਨਾਮ ਵਾਹਿਗੁਰੂ ਦੇ ਜਾਪ ਵਿੱਚ ਨੇ। ਜਿਸ ਕੋ ਸਿਮਰਤ ਨਿਸ ਦਿਨ ਚਿਤ ਮੈਂ। ਤੇ ਗੁਰਸਿੱਖ ਸਤਨਾਮ ਦੇ ਸਿਮਰਨ ਨੂੰ
ਭਾਵ ਚਿੱਤ ਕਰਕੇ ਚਿੱਤ ਵਿੱਚ ਰਾਤ ਦਿਨ ਸਿਮਰਦੇ ਨੇ। ਪ੍ਰੇਮਾ ਭਗਤ ਜਾਗ ਜਬ ਆਵੈ। ਜਦੋਂ ਪ੍ਰੇਮਾ ਭਗਤੀ ਵਿੱਚ ਕੋਈ ਜਾਗ ਪਵੇ ਨਾ ਜੀ, ਭਾਵ ਜਦੋਂ ਸੁਰਤ ਜਾਗ ਪੈਂਦੀ ਹੈ ਪ੍ਰੇਮਾ ਭਗਤੀ ਵਿੱਚ ਆ ਕਰਕੇ। ਅਪਰ ਵਸਤ ਮੈਂ ਬ੍ਰਿਤੀ ਨਾ ਲਾਵੈ। ਅਪਰ ਦਾ ਮਤਲਬ ਹੋਰ ਵਸਤਾਂ ਵਿੱਚ ਨਾਮ ਜਪਣ ਵਾਲਾ, ਵਾਹਿਗੁਰੂ ਨਾਮ ਜਪਣ ਵਾਲਾ ਸਿੱਖ ਕਦੀ ਬਿਰਤੀ ਨਹੀਂ ਜੋੜਦਾ। ਨਿਦ ਸਿੱਧ ਬਹੁ ਅਜਮਤ ਦਿਖਰਾਵਤ। ਜਿਹੜੀਆਂ ਨਿਧੀਆਂ ਨੇ ਸਿੱਧੀਆਂ ਬਹੁ ਅਜ਼ਮਤ ਦਿਖਰਾਵਤ, ਭਾਵ ਨਿਧੀਆਂ ਸਿੱਧੀਆਂ ਵਾਲੇ ਬਹੁਤ ਕਰਾਮਾਤਾਂ ਦਿਖਾਉਂਦੇ ਨੇ। ਨਿਜ ਕੀਰਤ ਜਗ ਵਿਖੈ ਵਧਾਵਤ। ਤੇ ਆਪਣੀ ਕੀਰਤੀ ਵਾਸਤੇ ਨਾ ਵੀ ਜਗਤ ਵਿੱਚ ਸਾਡੀ ਸ਼ੋਭਾ ਬਣੇ, ਜਗਤ ਦੇ ਲੋਕ ਸਾਨੂੰ ਚੰਗਾ ਕਹਿਣ, ਨਿਧੀਆਂ ਸਿੱਧੀਆਂ ਦੀਆਂ ਜਿਹੜੀਆਂ ਅਜ਼ਮਤਾਂ ਬਰਕਤਾਂ ਦਿਖਾਉਣ ਵਾਸਤੇ ਵੀ ਲੋਕਾਂ ਵਿੱਚ ਸਾਡਾ ਚੰਗਾ ਪ੍ਰਭਾਵ ਬਣੇ। ਤਿਨ ਕੋ ਸ਼ੋਰ ਨਾਮ ਬ੍ਰਿਤ ਅਟਕੀ। ਤੇ ਉਹਨਾਂ ਨੂੰ ਛੱਡ ਕੇ ਜਿਨ੍ਹਾਂ ਦੀ ਬਿਰਤੀ ਨਾਮ ਵਿੱਚ ਲੱਗੀ, ਵਾਹਿਗੁਰੂ ਨਾਮ ਵਿੱਚ, ਭੂਲ ਜਾਤ ਸਭ ਹੀ ਸੁਧ ਘਟ ਕੀ। ਤੇ ਕਵੀ ਜੀ ਨੇ ਕਿਹਾ ਕਿ ਉਹ ਨਾਮ ਵੀ ਸਾਰੀਆਂ ਗੱਲਾਂ ਨੂੰ ਭੁੱਲ ਕੇ ਨਾ ਤੇ ਫਿਰ ਸਾਰੇ ਹੀ ਆਪਣੀ ਜਿਹੜੀ ਸੁੱਧ ਬਿਰਤੀ ਹੈ ਉਹ ਨਾਮ ਵਿੱਚ ਹੀ ਜੋੜਦੇ ਨੇ, ਵਾਹਿਗੁਰੂ ਦੀਆਂ ਬਰਕਤਾਂ ਵਿੱਚ ਹੀ ਜੋੜਦੇ ਨੇ। ਤੇ ਜਿਨ੍ਹਾਂ ਗੁਰਸਿੱਖਾਂ ਨੂੰ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਉਹਨਾਂ ਨੂੰ ਕੋਈ ਜੋਗ ਵਾਲੇ ਨੇਮ ਅਪਣਾਉਣ ਦੀ ਫਿਰ ਲੋੜ ਨਹੀਂ ਰਹਿ ਜਾਂਦੀ। ਉਹ ਤਾਂ ਘਰ ਬੈਠੇ ਗੁਰੂ ਧਿਆਇਓ, ਘਰ ਬੈਠੇ ਜਦੋਂ ਗੁਰੂ ਜਪਦੇ ਨੇ ਤੇ ਫਿਰ ਪ੍ਰਭੂ ਪਰਮਾਤਮਾ ਨਾਲ ਉਹਨਾਂ ਦੀ ਆਤਮਿਕ ਸਾਂਝ ਬਣ ਜਾਂਦੀ ਹੈ। ਇੱਥੋਂ ਤੱਕ ਅੱਜ 33 ਪੌੜੀਆਂ ਸਾਧ ਸੰਗਤ ਦੂਸਰੀ ਰਾਸ ਦੀਆਂ, ਦੂਸਰੇ ਅੰਸੂ ਦੀਆਂ ਆਪਾਂ ਵਿਚਾਰੀਆਂ ਨੇ। ਬਾਕੀ ਕੱਲ ਪੌੜੀਆਂ ਵਿਚਾਰਨਗੇ ਗੁਰਮੁਖ। ਕਥਾ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਕੀ ਸੰਗਤ ਭੁੱਲ ਚੁੱਕ ਦੀ ਮੁਆਫੀ ਬਖਸ਼ਿਓ ਜੀ। ਬੇਅੰਤ ਭੁੱਲਾਂ ਦੀ ਮੁਆਫੀ ਮੰਗਦਾ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਕਿਰਪਾ ਵਰਤਾ ਕੇ ਆਪਣੇ ਚਰਨਾਂ 'ਚ ਬਿਠਾਉਂਦੇ ਨੇ। ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਾਨਯੋਗ ਸਿੰਘ ਸਾਹਿਬ, ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਾਧ ਸੰਗਤ ਗੁਰੂ ਘਰ ਦੇ ਕਥਾ ਵਾਚਕ ਸਾਹਿਬਾਨ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਸਮਾਂ ਦੇ ਕੇ ਨਵਾਜਿਆ। ਅਖੀਰਲੀਆਂ ਤੁਕਾਂ ਦਾ ਪਾਠ ਕਰਕੇ ਅੱਜ ਦੇ ਕਥਨ ਦੀ ਸਮਾਪਤੀ ਹੈ। ਨਿਦ ਸਿੱਧ ਬਹੁ ਅਜਮਤ ਦਿਖਰਾਵਤ। ਨਿਜ ਕੀਰਤ ਜਗ ਵਿਖੈ ਵਧਾਵਤ। ਤਿਨ ਕੋ ਸ਼ੋਰ ਨਾਮ ਬ੍ਰਿਤ ਅਟਕੀ। ਭੂਲ ਜਾਤ ਸਭ ਹੀ ਸੁਧ ਘਟ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।